ਇਹ ਕੇਸ ਪਚੀਦਾ ਵੀ ਬਹੁਤ ਹੈ ਤੇ ਉਸ ਦੇ ਨਾਲ ਹੀ ਤੁਸੀਂ ਇਸ ਕੇਸ ਨੂੰ ਠੋਸ ਵੀ ਬਹੁਤ ਕਹਿ ਰਹੇ ਹੋ ਕਿ ਸਾਡੇ ਕੋਲੇ ਸਬੂਤ ਹੈਗੇ ਨੇ। ਉਹ ਸਬੂਤ ਹੈਗੇ ਵੀ ਨੇ ਜਾਂ ਵੈਸੇ ਹੀ ਲੋਕਾਂ ਦਾ ਦਿਲ ਰੱਖਣ ਦੇ ਮਾਰੇ ਤੁਸੀਂ ਕਹਿ ਰਹੇ ਹੋ? ਇਹ ਲਵਪ੍ਰੀਤ ਸਿੰਘ ਲਾਡੀ ਦੀ ਐਡੀ ਵੱਡੀ ਮਤਲਬ ਕਿ ਫਾਈਲ ਆ ਤੁਹਾਡੇ ਕੋਲੇ, ਇੱਕ ਹੋਰ ਵੀ ਕਿਸੇ ਦੀ ਹੈਗੀ ਆ? ਕਿਉਂਕਿ ਪੰਜਾਬ ਦੇ ਵਿੱਚ ਤਾਂ ਕੇਸ ਬਹੁਤ ਨੇ। ਲਵਪ੍ਰੀਤ ਲਾਡੀ ਦਾ ਕੇਸ ਹੈ ਜਿਹੜਾ ਫੇਮਸ ਹੋ ਚੁੱਕਿਆ, ਕਿਤੇ ਤੁਸੀਂ ਇਸ ਚੱਕਰ 'ਚ ਤਾਂ ਨਹੀਂ ਵੀ ਇਹ ਕੇਸ ਨੂੰ ਲੈ ਰਹੇ ਕਿ ਇੱਥੋਂ ਫੇਮ ਮਿਲੇਗਾ? ਕਿਉਂਕਿ ਕੇਸ ਤਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਨੇ। मैं इस करके ये सवाल तुहानूं पुछया क्योंकि तुसीं इस तो पहला मनकीरत औलख ते सिद्धू मूसेवाले ते भी केस कर चुके हो। शायद शक पैंदा कि तुसीं शायद भी एक आपां कह दिंदे पंजाबी शब्द भी पंगे लेना, किते तुसीं फेम दे मारे पंगे लैंदे हो, है ना? शक पैंदा है। सत श्री अकाल दोस्तों, तुसीं जुड़े हो म्यूजिकल हंटर्स रैकड चैनल दे नाल ते मैं तुहाडा अपना हंटर। दोस्तों अज लाडी ਦੇ ਵਕੀਲ ਦੇ ਨਾਲ ਅਸੀਂ ਜੁੜੇ ਹੋਏ ਹਾਂ, ਐਡਵੋਕੇਟ ਸੁਨੀਲ ਮੱਲਨ ਜੀ ਦੇ ਨਾਲ, ਤੇ ਕਰਾਂਗੇ ਗੱਲਾਂ ਬਾਤਾਂ। ਕਿਉਂਕਿ ਦੋਸਤੋ ਲਾਡੀ ਦਾ ਜੋ ਕੇਸ ਹੈ, ਲਵਪ੍ਰੀਤ ਸਿੰਘ ਲਾਡੀ ਦਾ ਜੋ ਕੇਸ ਹੈ, ਇਸ ਕੇਸ ਦੇ ਉੱਤੇ ਸਾਰੇ ਪੰਜਾਬ ਨਹੀਂ ਈਵਨ ਕਿ ਪੂਰੇ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਬਾਹਰਲੇ ਦੇਸ਼ਾਂ ਵਿਦੇਸ਼ਾਂ ਤੱਕ, ਹੈ ਨਾ, ਜਿਹੜੀਆਂ ਜੁੜੀਆਂ ਹੋਈਆਂ ਨੇਗੀਆਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ। ਕਿਉਂਕਿ ਇਹ ਕੇਸ ਦਾ ਜੇਕਰ ਨਹੀਂ ਕੁਝ ਬਣਦਾ ਤਾਂ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਉਮੀਦਾਂ ਟੁੱਟਣੀਆਂ ਨੇ। ਤੇ ਇਸ ਕੇਸ ਦਾ ਆਖਿਰ ਕਦੋਂ ਇਹ ਪੜਾਅ ਆਪਾਂ ਜਿਹੜਾ ਇਸ ਟਾਈਮ ਚੱਲ ਰਿਹਾ ਜੋ ਵਿਚਾਲਾ ਕਹਿ ਦਈਏ, ਇਹ ਕਦੋਂ ਆਪਾਂ ਵਿਚਾਲਾ ਲੰਘ ਕੇ ਕਿਸੇ ਸਿਰੇ ਤੇ ਜਾਵਾਂਗੇ? ਕਦੋਂ ਉਹ ਦਿਨ ਆਊਗਾ ਜਦੋਂ ਕਿਹਾ ਜਾ ਰਿਹਾ ਕਿ ਬੇਅੰਤ ਕੌਰ ਬਾਜਵਾ ਦਾ ਜਿਹੜਾ ਉੱਥੋਂ ਡਿਪੋਰਟ ਹੋ ਕੇ ਇੰਡੀਆ ਆਉਣਾ ਬਣਦਾ ਤੇ ਉਹ ਆਏਗੀ? ਉਹ ਕਦੋਂ ਇੰਡੀਆ ਆਏਗੀ? ਕਾਫੀ ਗੱਲਾਂ, ਕਿਉਂਕਿ ਕੇਸ ਠੰਡਾ ਹੁੰਦਾ ਨਜ਼ਰ ਆ ਰਿਹਾ। ਸੋ ਇਸੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ ਸੁਨੀਲ ਮੱਲਨ ਜੀ ਦਾ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਚੈਨਲ। ਸਤਿ ਸ੍ਰੀ ਅਕਾਲ ਜੀ, ਤੇ ਤੁਹਾਡੇ ਦਰਸ਼ਕਾਂ ਦਾ ਵੀ ਸਤਿ ਸ੍ਰੀ ਅਕਾਲ ਜੀ। ਸੁਨੀਲ ਜੀ, ਜਿਹੜਾ ਲਾਡੀ ਦਾ ਕੇਸ ਹੈ ਜੀ, ਠੀਕ ਹੈ ਜੀ, ਇਸ ਸੰਬੰਧ ਦੇ ਵਿੱਚ ਤੁਸੀਂ ਹਮੇਸ਼ਾ ਹੀ ਕਹਿ ਰਹੇ ਹੋ ਕਿ ਲੋਕਾਂ ਨੂੰ ਦੱਸ ਰਹੇ ਹੋ ਕਿ ਜਿਹੜਾ ਬੇਅੰਤ ਕੌਰ ਬਾਜਵਾ ਦੇ ਜਿਹੜੇ ਖਿਲਾਫ ਸਬੂਤ ਨੇ ਉਹ ਠੋਸ ਨੇ, ਹੈ ਨਾ? ਤੇ ਕਾਫੀ ਮਤਲਬ ਇਸ ਕੇਸ ਨੂੰ, ਇਹ ਕੇਸ ਪਚੀਦਾ ਵੀ ਬਹੁਤ ਹੈ ਤੇ ਉਸ ਦੇ ਨਾਲ ਹੀ ਤੁਸੀਂ ਇਸ ਕੇਸ ਨੂੰ ਠੋਸ ਵੀ ਬਹੁਤ ਕਹਿ ਰਹੇ ਹੋ ਕਿ ਸਾਡੇ ਕੋਲੇ ਸਬੂਤ ਹੈਗੇ ਨੇ। ਉਹ ਸਬੂਤ ਹੈਗੇ ਵੀ ਨੇ ਜਾਂ ਵੈਸੇ ਹੀ ਲੋਕਾਂ ਦਾ ਦਿਲ ਰੱਖਣ ਦੇ ਮਾਰੇ ਤੁਸੀਂ ਕਹਿ ਰਹੇ ਹੋ? ਦੇਖੋ, ਮੈਂ ਬਹੁਤੇ ਜ਼ਿਆਦਾ ਸਬੂਤਾਂ ਦਾ ਜ਼ਿਕਰ ਹੀ ਨਹੀਂ ਕਰਦਾ। ਠੀਕ ਹੈ ਜੀ। ਦਾਲ 'ਚ ਦਾਣਾ ਟੋਈਦਾ, ਇਹ ਸਾਡੇ ਪੰਜਾਬੀਆਂ ਦੀ ਦੇਸੀ ਪਿੰਡਾਂ 'ਚ ਹੀ ਇਹੋ ਗੱਲਾਂ ਕਰਦੇ ਨਾ, ਦਾਲ 'ਚ ਦਾਣਾ ਟੋਈਦਾ। ਤੇ ਉਹ ਦਾਣੇ ਤੋਂ ਹੀ ਚੱਕ ਕੇ ਪਤਾ ਲੱਗਦਾ ਵੀ ਦਾਲ ਗਲ ਗਈ ਕਿ ਨਹੀਂ ਗਲ ਗਈ। ਸਾਡੀਆਂ ਮਾਵਾਂ ਉੱਥੋਂ ਹੀ ਗੈਸ ਕਰ ਲੈਂਦੀਆਂ, ਈਵਨ ਟੇਸਟ ਤੱਕ ਗੈਸ ਕਰ ਲੈਂਦੀਆਂ। ਸੋ ਇਸ ਕੇਸ ਦੀ ਵੀ ਮੈਂ ਜੇ ਦਾਲ 'ਚੋਂ ਦਾਣਾ ਟੋਵਾਂ ਤੇ ਇੱਕੋ ਗੱਲ ਕਰਾਂ, ਇੰਡੀਆ 'ਚ 420 ਦਾ ਪਰਚਾ ਹੋ ਜਾਣਾ। ਸਭ ਤੋਂ ਪਹਿਲਾ ਰੀਜ਼ਨ ਹੈ, ਜਦੋਂ ਉਹਦੇ ਖਿਲਾਫ ਇੱਥੇ ਕ੍ਰਿਮੀਨਲ ਕੇਸ ਦਰਜ ਹੋ ਚੁੱਕਾ, ਉਹ ਵਾਂਟਡ ਹੈ ਇੱਥੇ, ਉਹਨੂੰ ਆਉਣਾ ਪਊ। ਸਟੈਪ 1 ਬੜਾ ਕਲੀਅਰ ਕਹਿੰਦੇ, ਉਹਨੂੰ ਆਉਣਾ ਹੀ ਪਊ। ਹੁਣ ਸਟੈਪ 2, ਮਿਸ ਰਿਪਰਜੈਂਟੇਸ਼ਨ। ਮੇਰੇ ਜਿਹੜੇ ਕਲੀਗ ਐਡਵੋਕੇਟ ਨੇ ਆਪਣਾ ਅਰੋੜਾ ਸਰ, ਉਹਨਾਂ ਨੇ ਵੀ ਤੇ ਮੈਂ ਵੀ ਅਸੀਂ ਸਟੱਡੀ ਕੀਤੀ ਹੈ, ਬੜੇ ਕਾਬਲ ਵਕੀਲ ਨੇ ਉਹ ਵੀ, ਔਰ ਉਹਨਾਂ ਨੇ ਵੀ ਬਿਲਕੁਲ ਸਟੀਕ 13,80,000 ਦੀ ਗੱਲ ਉਹ ਕਰ ਚੁੱਕੇ, ਮੈਨੂੰ ਕਰਨ ਦੀ ਲੋੜ ਨਹੀਂ। 13,80,000 'ਚ ਮਤਲਬ ਬੇਅੰਤ ਕੌਰ ਕਹਿੰਦੀ ਹੈ ਕਿ ਉਹ ਪੈਸਾ ਮੇਰੇ ਮਾਂ ਪਿਓ ਨੇ ਦਿੱਤਾ, ਜਦ ਕਿ ਵੁੱਡ ਵੀ ਸਹੁਰੇ ਨੇ, ਹਲੇ ਸਹੁਰੇ ਬਣੇ ਨਹੀਂ, ਉਹਨਾਂ ਨੇ ਉਹਨੂੰ ਉਹ ਪੈਸਾ ਦਿੱਤਾ ਤੇ ਉਹ ਲੋਨ ਮੰਨਿਆ ਜਾਏਗਾ, ਉਹਨੂੰ ਗਿਫਟ ਨਹੀਂ ਮੰਨਿਆ ਜਾ ਸਕਦਾ। ਸੋ ਉਹ ਪੈਸਾ ਉੱਥੋਂ ਲੈ ਕੇ ਉਹ ਸ਼ੋਅ ਕਰਦੀ ਹੈ। ਪਹਿਲੀ ਮਿਸ ਰਿਪਰਜੈਂਟੇਸ਼ਨ ਉਹਦੀ ਇਮੀਗ੍ਰੇਸ਼ਨ ਦੇ ਅੱਗੇ ਉਹ ਹੈ। ਦੂਜੀ ਮਿਸ ਰਿਪਰਜੈਂਟੇਸ਼ਨ ਜਿਹੜੀ ਬੜੀ ਵੱਡੀ ਹੈ, ਦੈਟ ਇਜ਼ ਮੈਂ ਕੁਆਰੀ ਹਾਂ। ਜਿੱਦਣ ਜਾਂਦੀ ਹੈ ਪਹਿਲੇ ਦਿਨ ਤੇ ਕੁਆਰੀ ਹੈ, ਵਿਆਹ ਕਰਾ ਕੇ ਜਾਂਦੀ ਹੈ ਫਿਰ ਵੀ ਉਹ ਕੁਆਰੀ ਹੈ, ਫਿਰ ਉਸ ਤੋਂ ਬਾਅਦ ਵਰਕ ਪਰਮਿਟ ਅਪਲਾਈ ਕਰਦੀ ਹੈ ਫਿਰ ਵੀ ਉਹ ਕੁਆਰੀ ਹੈ। ਸੋ ਵਿਆਹ ਤੋਂ ਬਾਅਦ ਵੀ ਜੇ ਉਹ ਕੁਆਰੀ ਹੈ ਤੇ ਉਹ ਫਾਰਮੂਲਾ ਤੇ ਮੇਰੇ ਕੋਲ ਸਿੱਖਣਾ ਵੀ ਕਿੱਦਾਂ ਹੋਈਦਾ, ਤੁਹਾਨੂੰ ਵੀ ਮਜ਼ਾ ਆ ਜਾਣਾ। ਵਿਆਹ ਤੋਂ ਬਾਅਦ ਕੁਆਰੇ ਹੁੰਦਾ, ਮੈਨੂੰ ਵੀ ਆ ਜਾਣਾ, ਹੋਰ ਜਿਨ੍ਹਾਂ ਨੇ ਕਰਾਉਣਾ ਉਹਨਾਂ ਨੂੰ ਵੀ ਫਾਰਮੂਲਾ ਸਿਖਾਵਾਂਗੇ। ਸੋ 2 ਹੀ ਗੱਲਾਂ ਮੈਂ ਕਰਦਾ ਜਾਂ 3 ਗੱਲਾਂ ਕਰਦਾ, ਤੇ ਤਿੰਨਾਂ ਗੱਲਾਂ ਦੇ ਵਿੱਚ ਮਿਸ ਰਿਪਰਜੈਂਟੇਸ਼ਨ ਕਲੀਅਰ ਹੈ। ਆ ਰਹੀ ਕਾਨੂੰਨ ਦੀ ਕਿਤਾਬ ਜਿਹੜੀ ਕੈਨੇਡਾ ਦੀ ਹੈ, ਇਹ ਮੈਂ ਨਹੀਂ ਲਿਖੀ, ਕੈਨੇਡਾ ਸਰਕਾਰ ਨੇ ਲਿਖੀ ਹੈ। ਪੜ੍ਹ ਕੇ ਸੁਣਾ ਦਿੰਦਾ। ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, ਇਹਦੀ ਧਾਰਾ 40 ਪੜ੍ਹ ਕੇ ਸੁਣਾ ਦਿੰਦਾ, ਸਾਰੀ ਦੁਨੀਆ ਨੂੰ ਕਲੀਅਰ ਹੋ ਜਾਏ ਕਿ ਕੋਈ ਮੱਲਨ ਸਾਹਿਬ ਆਪਣੇ ਮੂੰਹੋਂ ਨਹੀਂ ਕਰਦੇ। 40 ਨੰਬਰ ਧਾਰਾ, ਮਿਸ ਰਿਪਰਜੈਂਟੇਸ਼ਨ। ਇਹ ਪਰਮਾਨੈਂਟ ਰੈਜ਼ੀਡੈਂਟ ਔਰ ਫੋਰਨ ਨੈਸ਼ਨਲ ਇਜ਼ ਇਨਐਡਮਿਸਿਬਲ ਫॉर ਮਿਸ ਰਿਪਰਜੈਂਟੇਸ਼ਨ। ਪਹਿਲੀ ਲੈਣ ਹੈ, ਪੜ੍ਹ ਲਓ, ਸਾਹਮਣੇ ਲਿਖੀ ਹੈ। ਇਨਐਡਮਿਸਿਬਲ ਸ਼ਬਦ ਆ ਗਿਆ ਤੇ ਮਿਸ ਰਿਪਰਜੈਂਟੇਸ਼ਨ ਸ਼ਬਦ ਆ ਗਿਆ, 2 ਸ਼ਬਦਾਂ ਨਹੀਂ ਉਹਨੂੰ ਉੱਥੋਂ ਆਪਣੇ ਆਪ ਉਹਨੂੰ ਡੀਪੋਰਟ ਨਹੀਂ ਕਰਨਾ, ਉਹਦਾ ਵੀਜ਼ਾ ਕੈਂਸਲ ਕਰ ਦੇਣਾ। ਜਦੋਂ ਉਹਨੇ ਜਾਣਾ ਵੀਜ਼ੇ ਵਾਸਤੇ ਉਹ ਜਿਹੜੇ ਬਾਰਡਰ ਤੇ ਉਹਨਾਂ ਨੇ ਉੱਥੇ ਕਹਿਣਾ ਬੀਬੀ ਤੈਨੂੰ ਡੱਕ ਲਿਆ, ਜਾਂ ਤੇ ਤੂੰ ਹੁਣੇ ਟਿਕਟ ਕਰਾ ਤੇ ਵਾਪਸ ਪਹੁੰਚ, ਜਾਂ ਵੱਧ ਤੋਂ ਵੱਧ ਉਹਨੂੰ 3 ਜਾਂ 4 ਦਿਨ ਦਾ ਟਾਈਮ
ਵੱਧ ਤੋਂ ਵੱਧ 1 ਮਹੀਨੇ ਦਾ ਟਾਈਮ ਜੋ ਉੱਥੋਂ ਦਾ ਲਾਅ ਕਹਿੰਦਾ ਹੈ, ਮਿਲੇਗਾ। ਹੁਣ ਉਸ ਤੋਂ ਬਾਅਦ ਕੁਝ ਲੋਕ ਆંકੜੇ ਲਾਉਂਦੇ ਨੇ ਕਿ ਉਸ ਤੋਂ ਬਾਅਦ ਜੀ ਉਹ ਆਪਣੇ ਆਪ ਦਾ ਰਿਫਿਊਜੀ ਪਾ ਦੇਗੀ, ਰਿਫਿਊਜੀ ਕਲੇਮ ਪਾ ਦੇਗੀ। ਰਿਫਿਊਜੀ ਕਲੇਮ ਕਿਦੋਂ ਪੈਂਦਾ ਹੈ? ਜਦੋਂ ਜਿਵੇਂ 1984 'ਚ ਇੱਥੇ ਜਵਾਨ ਮੁੰਡੇ ਮਾਰੇ ਗਏ ਪੁਲਿਸ ਦੁਆਰਾ, ਅੱਜ ਕਾਬਲ 'ਚ ਜੋ ਅੱਜ ਉੱਥੋਂ ਦੇ ਲੋਕਲ ਇਨਸਾਨ ਨਾਲ ਹੋ ਰਿਹਾ ਉਹ ਜੈਨੂਇਨ ਰਿਫਿਊਜੀ ਕਲੇਮ ਹੋਏਗਾ। ਹਾਂ, ਤੇ ਯੂ ਆਰ ਵਾਂਟਡ, ਤੈਨੂੰ ਪੁਲਿਸ ਇੱਥੇ ਲੱਭ ਰਹੀ ਹੈ, ਤੂੰ ਇੱਥੇ ਦੋਸ਼ਣ ਹੈ, ਅਕਿਊਜ਼ ਦੀ ਧਾਰਾ 'ਚ ਹੈ, ਠੀਕ ਹੈ ਨਾ। ਤੇ ਅਕਿਊਜ਼ ਨੂੰ ਕਿਸੇ ਕਿਸਮ ਦਾ ਅਸਾਈਲਮ ਨਹੀਂ ਮਿਲਦਾ, ਇਹ ਗੱਲ ਯਾਦ ਰੱਖੋ। ਤੇ ਦੋਸ਼ੀ ਕਿਸ ਗੱਲ ਦੀ ਹੈ? ਉਹ 420 ਦੀ ਠੱਗੀ ਮਾਰਨ ਦੀ ਅੱਜ ਤੱਕ। ਬਾਕੀ 25 ਤਰੀਕ ਆਉਣ ਵਾਲੀ ਹੈ, 25 ਜਾਂ 26 ਤਰੀਕ ਨੂੰ ਕੋਈ ਵੱਡਾ ਖੁਲਾਸਾ ਅਸੀਂ ਕਰਨ ਵਾਲੇ ਹਾਂ। ਸੋ ਹਾਂ, ਅੱਜ ਮੈਂ ਵੀ ਦੱਸ ਦਿੰਦਾ, 25-26 ਅਗਸਤ ਨੂੰ ਅਸੀਂ ਕੋਈ ਵੱਡਾ ਖੁਲਾਸਾ ਕਰਨ ਵਾਲੇ ਹਾਂ। ਪਰਿਵਾਰ ਦੀ ਸਹਿਮਤੀ, ਸਾਡੇ ਜਿਹੜੇ ਅਸੀਂ ਕੋਰ ਟੀਮ ਮੈਂਬਰ ਬਣੇ ਆ, ਮੇਰੇ ਦੂਜੇ ਅਸ਼ੋਕ ਅਰੋੜਾ ਸਰ ਦੀ ਸਹਿਮਤੀ, ਇਹ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਮੀਡੀਆ ਨੂੰ ਬੜਾ ਕੁਝ ਦੱਸਾਂਗੇ। ਥੋੜ੍ਹਾ ਜਿਹਾ ਇੰਤਜ਼ਾਰ ਹੈ। ਔਰ ਤੁਸੀਂ ਕੁਝ ਸਬੂਤਾਂ ਦੀ ਗੱਲ ਕਰਦੇ ਸੀ, ਕਿਤੇ ਉਹ ਤਾਂ ਨਹੀਂ ਮਤਲਬ ਕਿ ਪਬਲਿਕ ਕਰਨ ਲੱਗੇ ਜਿਹੜੇ ਤੁਸੀਂ ਸਬੂਤ ਵੈਸੇ ਪਬਲਿਕ 'ਚ ਨੇ? ਨਹੀਂ, ਕੁਝ ਕਹਿ ਰਹੇ ਸੀ ਕਿ ਸਾਡੇ ਕੋਲੇ ਕੁਝ ਅਜਿਹੀਆਂ ਚੀਜ਼ਾਂ ਨੇ ਜੋ ਮਤਲਬ ਹਜੇ ਅਸੀਂ ਮਤਲਬ ਸਾਹਮਣੇ ਨਹੀਂ ਰੱਖਣਾ ਚਾਹੁੰਦੇ, ਟਾਈਮ ਆਉਣ ਤੇ ਉਹ ਜਿਹੜਾ ਪਟਾਕਾ ਟਾਈਮ ਆਉਣ ਤੇ ਚਲਾਵਾਂਗੇ। ਜਿਹੜਾ ਟਾਈਮ ਆਏਗਾ, ਉਹ ਦੀਵਾਲੀ ਆਏਗੀ ਤੇ ਦੀਵਾਲੀ ਦੇ ਪਟਾਕੇ ਚੱਲਣਗੇ, ਗੁਰਪੁਰਬ ਸਾਹਿਬ ਆਏਗਾ ਤੇ ਸਾਡੇ ਗੁਰਪੁਰਬ ਦੇ ਪਟਾਕੇ ਚੱਲਣਗੇ, ਈਦ ਆਏਗੀ ਈਦ ਦੇ ਪਟਾਕੇ ਚੱਲਣਗੇ। ਜਦੋਂ ਜਿਸ ਪਟਾਕੇ ਦੀ ਲੋੜ ਹੈ ਅਸੀਂ ਉਸ ਵੇਲੇ ਚਲਾਵਾਂਗੇ। ਅਸੀਂ 100 ਗੋਲੀਆਂ ਚਲਾ ਕੇ ਇੱਕ ਬੰਦਾ ਨਹੀਂ ਮਾਰਦੇ, ਇੱਕ ਗੋਲੀ ਚਲਾ ਕੇ 100 ਮਾਰਨ ਵਾਲਿਆਂ ਚੋਂ ਹਾਂ, ਅਸੀਂ ਵਕੀਲ ਹਾਂ, ਰਾਈਟ। ਸਾਡੀ ਗੋਲੀ ਮੋੜ ਕੱਟ ਕੇ ਵੱਜਦੀ ਹੈ, ਮੈਂ ਕਈ ਵਾਰ ਕਹਿ ਚੁੱਕਾ। ਸਾਡੇ ਕੋਲ ਅਥਾਰਟੀ ਹੈ ਬੋਲਣ ਦੀ, ਸਾਡੇ ਕੋਲ ਲਾਇਸੈਂਸ ਹੈ ਬੋਲਣ ਦਾ, ਬਹਿਸ ਕਰਨ ਦਾ। ਔਰ ਉਸ ਵੱਡੇ ਪਰਮਾਤਮਾ ਦੀ ਅਦਾਲਤ 'ਚ ਜਿਹਨੂੰ ਕੋਰਟ ਰੂਮ ਕਿਹਾ ਜਾਂਦਾ ਹੈ, ਅੱਜ ਕੁਝ ਯੂਟਿਊਬਰ ਇਹੋ ਜਿਹੇ ਸੱਜਣ ਵੀ ਨੇ ਆਪਣੇ ਆਪ ਨੂੰ ਜਰਨਲਿਸਟ ਕਹਿੰਦੇ ਨੇ, ਜਦ ਕਿ ਉਹ ਜਰਨਲਿਸਟ ਹੈ ਹੀ ਨਹੀਂ। YouTube ਇੱਕ ਐਂਟਰਟੇਨਮੈਂਟ ਚੈਨਲ ਹੈ, ਤੁਸੀਂ ਐਂਟਰਟੇਨਮੈਂਟ ਕਰ ਸਕਦੇ ਹੋ ਮੇਰੀ ਮਰਜ਼ੀ ਨਾਲ, ਮੇਰੀ ਫੋਟੋ ਮੇਰੀ ਵੀਡੀਓ ਲਾ ਸਕਦੇ ਹੋ, ਮੇਰੀ ਆਵਾਜ਼ ਚਲਾ ਸਕਦੇ ਹੋ। ਜੇ ਮੈਂ ਅੱਜ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਵੀ ਪਰਮਿਸ਼ਨ ਕੈਂਸਲ ਕਰਾਂ, ਤੁਸੀਂ ਨਹੀਂ ਚਲਾ ਸਕਦੇ। ਸੋ ਕਈ ਇਹੋ ਜਿਹੇ ਵੀ ਤਮਾਸ਼ਬੀਨ ਬੰਦੇ ਨੇ ਜਿਨ੍ਹਾਂ ਨੂੰ ਆਂਦਾ ਜਾਂਦਾ ਕੁਝ ਨਹੀਂ, ਆਪਣੇ ਆਪ ਨੂੰ ਜਰਨਲਿਸਟ ਕਹਿੰਦੇ ਨੇ। ਸੋ ਮੈਨੂੰ ਪਰਵਾਹ ਨਹੀਂ ਉਹਨਾਂ ਦੀ। ਜਦੋਂ ਗਲੀ 'ਚ ਹਾਥੀ ਆਉਂਦਾ ਨਾ ਭਾਜੀ, ਕਈ ਕੁੱਤੇ ਭੌਂਕਦੇ ਆ, ਕਈ ਜਾਨਵਰ ਤੜਫਦੇ ਆ, ਕਿਉਂਕਿ ਉਹ ਹਾਥੀ ਤੋਂ ਡਰ ਲੱਗ ਰਿਹਾ ਹੁੰਦਾ। ਉਹਨਾਂ ਦੀਆਂ ਪੂਛਾਂ ਚੈੱਕ ਕਰਿਆ ਕਰੋ, ਮੈਂ ਹਰ ਪ੍ਰੋਗਰਾਮ 'ਚ ਕਹਿੰਦਾ, ਲੱਤਾਂ ਦੇ ਵਿੱਚ ਵੜੀ ਹੁੰਦੀ ਤੇ ਹਿਲਦੀ ਹੁੰਦੀ ਵੀ ਹੈ ਡਰਨਾ, ਤੇ ਕਈਆਂ ਦਾ ਪਿਸ਼ਾਬ ਵੀ ਨਿਕਲਦਾ ਹੁੰਦਾ। ਇਸ ਕਰਕੇ ਇਹੋ ਜਿਹੇ ਬੰਦਿਆਂ ਦੀ ਗੱਲ ਦਾ ਜਵਾਬ ਦੇਣਾ ਵੀ ਮੈਂ ਆਪਣਾ ਟਾਈਮ ਵੇਸਟ ਮੰਨਦਾ, ਸੋ ਇਗਨੋਰ ਕਰਦਾ। ਤੁਸੀਂ ਹੁਣੇ ਕਹਿ ਕੇ ਹਟਿਓ ਕਿ ਗਾਂ ਦੇ ਉੱਤੇ ਗਧਾ ਵੀ ਲਿਖ ਕੇ ਲਾ ਦਿਓ, ਤੇ ਜਿਨ੍ਹਾਂ ਨੇ ਉਹਨੂੰ ਗਾਂ ਮੰਨਣਾ ਗਾਂ ਹੀ ਮੰਨਣਾ, ਤੇ ਗਾਂ ਦੇ ਉੱਤੇ ਗਊ ਮਾਤਾ ਲਿਖ ਕੇ ਲਾ ਦਿਓ, ਜਿਨ੍ਹਾਂ ਨੇ ਉਹਨੂੰ ਗਧਾ ਕਹਿਣਾ ਉਹਨਾਂ ਨੇ ਕਹੀ ਜਾਣਾ। ਸੋ ਆਪਣੀ ਆਪਣੀ ਦਿਮਾਗ ਦੀ ਸੋਚ ਹੈ। ਫਿਰ ਮੈਂ ਕਹਿੰਦਾ ਕਿ ਅਸੀਂ ਇੱਕ ਅਥਾਰਟੇਟਿਵ ਬੰਦੇ ਹਾਂ। ਸੈਕਸ਼ਨ 21 ਐਡਵੋਕੇਟ ਐਕਟ ਮੁਤਾਬਕ ਆਫੀਸਰ ਆਫ ਕੋਰਟ ਹਾਂ। ਸਾਡੇ ਖਿਲਾਫ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ, ਸਾਡੇ ਖਿਲਾਫ ਕੋਈ ਕੌਨਸਪੀਰੇਸੀ ਕਰਨ ਤੋਂ ਪਹਿਲਾਂ ਰੱਬ ਕੋ ਜਿੰਨਾ ਡਰੀਦਾ ਉਹਨਾਂ ਕਾਨੂੰਨ ਕੋ ਡਰੋ। ਸੱਚਾਈ ਹੈ, ਕਿਉਂਕਿ ਆਫੀਸਰ ਆਫ ਕੋਰਟ ਹਾਂ। ਕੋਈ ਵੀ ਹੋਰ ਡਿਪਾਰਟਮੈਂਟ, ਈਵਨ ਡਿਪਟੀ ਕਮਿਸ਼ਨਰ ਇਜ਼ ਫਾਲਸ ਅੰਡਰ ਦੀ ਕੈਟਾਗਰੀ ਆਫ ਪਬਲਿਕ ਸਰਵੈਂਟ। ਸੋ ਧਿਆਨ ਰੱਖੋ, ਕੋਈ ਵੀ ਵਕੀਲ ਸੋਚ ਸਮਝ ਕੇ ਬੋਲਦਾ ਹੈ, ਔਰ ਜਿੰਨਾ ਮੈਨੂੰ ਅਧਿਕਾਰ ਹੈ ਉਹਦੇ 'ਚੋਂ ਵੀ ਜੋ ਜ਼ਰੂਰਤ ਹੈ ਪਬਲਿਕ ਨੂੰ ਦੱਸਣ ਦੀ, ਮੈਂ ਉਹਨਾਂ ਦੱਸਣਾ ਹੈ। ਮੇਰੇ ਕੋਲ ਲਵਪ੍ਰੀਤ ਦੀਆਂ ਐਡੀਆਂ ਮੋਟੀਆਂ 4 ਫਾਈਲਾਂ ਤਿਆਰ ਨੇ, ਪਰ ਜਿੰਨੀ ਮੈਂ ਤੁਹਾਨੂੰ ਦੱਸਣੀ ਮੈਂ ਉਨੀ ਦੱਸਣੀ ਹੈ। ਟਾਈਮ ਆਉਣ ਤੇ ਬਾਕੀ ਵੀ ਦੱਸਣੀ ਹੈ। ਇਹ ਲਵਪ੍ਰੀਤ ਸਿੰਘ ਲਾਡੀ ਦੀ ਐਡੀ ਵੱਡੀ ਮਤਲਬ ਕਿ ਫਾਈਲ ਆ ਤੁਹਾਡੇ ਕੋਲੇ, ਇੱਕ ਹੋਰ ਵੀ ਕਿਸੇ ਦੀ ਹੈਗੀ ਆ? ਕਿਉਂਕਿ ਪੰਜਾਬ ਦੇ ਵਿੱਚ ਤਾਂ ਕੇਸ ਬਹੁਤ ਨੇ। ਲਵਪ੍ਰੀਤ ਲਾਡੀ ਦਾ ਕੇਸ ਆ ਜਿਹੜਾ ਫੇਮਸ ਹੋ ਚੁੱਕਿਆ, ਕਿਤੇ ਤੁਸੀਂ ਇਸ ਚੱਕਰ 'ਚ ਤਾਂ ਨਹੀਂ ਵੀ ਇਹ ਕੇਸ ਨੂੰ ਲੈ ਰਹੇ ਕਿ ਇੱਥੋਂ ਫੇਮ ਮਿਲੇਗਾ? ਕਿਉਂਕਿ ਕੇਸ ਤਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਨੇ। ਮੇਰੇ ਕੋਲ ਇਹੋ ਜਿਹੇ ਲਗਭਗ 70 ਕੁ ਕੇਸ ਨੇ ਜੀ। ਇਹ ਮੇਰੇ ਲਈ ਕੋਈ ਨਵਾਂ ਕੇਸ ਨਹੀਂ ਹੈ, ਔਰ ਜੇ ਮੈਨੂੰ ਇਹਦੇ ਤੇ ਤਜਰਬਾ ਸੀ ਤੇ ਮੈਂ ਇਹਨੂੰ ਹੱਥ ਪਾਇਆ, ਕਿਉਂਕਿ ਜੇ ਮੈਂ ਫੇਮ ਖੱਟਾਂਗਾ, ਰਿਜ਼ਲਟ ਨਾ ਦੇ ਪਾਇਆ, ਤੇ ਮੇਰੀ ਬਦਨਾਮੀ ਵੀ ਇੰਨੀ ਜ਼ਿਆਦਾ ਹੋਏਗੀ ਕਿ ਸ਼ਾਇਦ ਮੈਂ ਉੱਠ ਵੀ ਨਹੀਂ ਪਾਵਾਂਗਾ। ਬਿਲਕੁਲ, ਤੁਸੀਂ ਨਾ ਮਾਈਂਡ ਨਾ ਕਰਿਓ। ਮੈਂ ਇਸ ਕਰਕੇ ਇਹ ਸਵਾਲ ਤੁਹਾਨੂੰ ਪੁੱਛਿਆ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਮਨਕੀਰਤ ਔਲਖ ਤੇ ਸਿੱਧੂ ਮੂਸੇਵਾਲੇ ਤੇ ਵੀ ਕੇਸ ਕਰ ਚੁੱਕੇ ਹੋ। ਸ਼ਾਇਦ ਸ਼ੱਕ ਪੈਂਦਾ ਕਿ ਤੁਸੀਂ ਸ਼ਾਇਦ ਵੀ ਇੱਕ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਸ਼ਬਦ ਵੀ ਪੰਗੇ ਲੈਣਾ, ਕਿਤੇ ਤੁਸੀਂ ਫੇਮ ਦੇ ਮਾਰੇ ਪੰਗੇ ਲੈਂਦੇ ਹੋ, ਹੈ ਨਾ? ਸ਼ੱਕ ਪੈਂਦਾ। ਦੇਖੋ, ਵਕੀਲ ਸਾਹਿਬ ਦਾ ਕੰਮ ਹੈ ਜਿੱਥੇ ਕੋਈ ਗਲਤ ਕੰਮ ਹੋਵੇ ਉਹਦੇ ਲਈ ਸੀਟੀ ਮਾਰਨਾ ਤੇ ਉਹਨੂੰ ਅਦਾਲਤ 'ਚ ਬੁਲਾਉਣਾ। ਜੇ ਮੈਂ ਪੰਗੇ ਲੈਣ ਵਾਲਾ ਬੰਦਾ ਹੋਵਾਂ ਤੇ ਫਿਰ ਮੈਂ ਉਹਨੂੰ ਜਾ ਕੇ ਚਪੇੜ ਮਾਰਾਂ, ਮੈਂ ਉਹਨੂੰ ਗਾਲਾਂ ਕੱਢਾਂ, ਮੈਂ ਉਹਦੇ ਬਾਰੇ YouTube ਤੇ ਜਾਂ ਵੱਖਰੇ ਵੱਖਰੇ ਸੋਸ਼ਲ ਮੀਡੀਆ ਤੇ ਆ ਕੇ ਗੰਦੇ ਸ਼ਬਦ ਵਰਤਾਂ। ਮੈਂ ਉਹ ਕੰਮ ਨਹੀਂ ਕੀਤਾ। ਕਾਨੂੰਨ ਦੀ ਮਰਿਆਦਾ 'ਚ ਰਹਿ ਕੇ, ਇਨਸਾਨੀਅਤ ਦੀ ਮਰਿਆਦਾ 'ਚ ਰਹਿ ਕੇ ਮੈਂ ਉਹਨੂੰ 12-15 ਪੇਜ ਦਾ ਲਿਖਤੀ ਨੋਟਿਸ ਪਾਇਆ ਆਪਣੇ ਸਾਈਨ ਕਰਕੇ, ਜੋ ਇੱਕ ਕਾਨੂੰਨੀ ਪ੍ਰਕਿਰਿਆ ਹੈ। ਨੋਟਿਸ ਤੇ ਉਹਨੇ ਲੈਣ ਤੋਂ ਇਨਕਾਰ ਕੀਤਾ। ਫਿਰ ਮੈਂ ਪਿੰਡ ਦੇ ਸਰਪੰਚ ਦੇ ਨਾਂ ਤੇ ਨੋਟਿਸ ਪਾਇਆ
ਪਿੰਡ ਦੇ ਸਰਪੰਚ ਜਦ ਕਿ ਉਹਦੇ ਮੰਮੀ ਜੀ ਨੇ, ਸਾਨੂੰ ਆਦਰ ਹੈ, ਸਾਡੀ ਵੀ ਮਾਵਾਂ ਬਰਾਬਰ ਹੈ, ਉਹੀ ਸਾਡਾ ਭਰਾ ਹੈ। ਮੈਨੂੰ ਸਿੱਧੂ ਮੂਸੇਵਾਲੇ ਨਾਲ ਜਾਂ ਮਨਕੀਰਤ ਔਲਖ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ। ਉਹਨੇ ਸਿਰਫ ਮੇਰੀ ਕਮਿਊਨਿਟੀ ਬਾਰੇ ਗੰਦੇ ਸ਼ਬਦ ਵਰਤੇ ਇਹਨਾਂ ਦੋਨਾਂ ਨੇ, ਤੇ ਉਹਦਾ ਸਬਕ ਸਿਖਾਉਣਾ ਇਹਨਾਂ ਨੂੰ ਤੇ ਇਹਨਾਂ ਵਰਗੇ ਹੋਰ ਗਾਇਕਾਂ ਨੂੰ। ਮੈਂ ਲੰਡੂ ਗਾਇਕ ਕਹਿੰਦਾ ਇਹੋ ਜਿਹਿਆਂ ਨੂੰ ਵੀ ਆਪਣੇ ਫੇਮ ਲਈ ਤੁਸੀਂ ਕਿਸੇ ਕਮਿਊਨਿਟੀ ਨੂੰ ਬਦਨਾਮ ਕਰੋ, ਕਦੀ ਤੁਸੀਂ ਪ੍ਰਮਾਤਮਾ ਦੀ ਬੇਅਦਬੀ ਕਰੋ। ਸਾਡੀਆਂ ਧੀਆਂ ਭੈਣਾਂ ਭਾਜੀ ਦੱਸੋ ਇਦਾਂ ਨੰਗੀਆਂ ਤੁਰੀਆਂ ਫਿਰਦੀਆਂ ਗਲੀਆਂ 'ਚ? ਤੁਹਾਡੇ ਘਰ ਵੀ ਹੋਣਗੀਆਂ, ਮੇਰੇ ਘਰ ਵੀ ਹੈਗੀਆਂ, ਸਭ ਦੇ ਮੇਰੇ ਨਾਲ ਸਟਾਫ 'ਚ ਲੜਕੀਆਂ ਵੀ ਕੰਮ ਕਰਦੀਆਂ। ਸੋ ਉਹਨਾਂ ਨੂੰ ਨੰਗਿਆਂ ਵਿਖਾਉਣਾ, ਡਰੱਗਸ ਵਿਖਾਉਣੇ। ਆ ਇੰਨੇ ਬੜੇ ਆਪਾਂ 5-7 ਮੁੰਡੇ ਬੈਠੇ ਆਪਣੇ ਆਫਿਸ 'ਚ, ਕਿਆ ਤੁਹਾਨੂੰ ਵੇਖਦਾ ਕੋਈ ਸੂਟਾ ਲਾ ਕੇ ਆਇਆ ਬਾਹਰੋਂ? ਸੋ ਪੰਜਾਬ ਦੀ ਸੱਭਿਅਤਾ ਨੂੰ ਹੀ ਗੰਦਾ ਕਰੀ ਜਾਂਦੇ ਪਏ ਹੋ। ਇੰਨੇ ਮਾੜੇ ਅਸੀਂ ਕਿਦੋਂ ਸੀ, ਇੰਨੇ ਮਾੜੇ ਅਸੀਂ ਕਿਦੋਂ ਆ ਜਿਹੜੇ ਬੰਦੂਕਾਂ ਚਲਾਉਂਦੇ ਆ। ਸੋ ਛੋਟੇ ਜਿਹੇ ਫੇਮ ਲਈ ਅੱਜ ਕੱਲ੍ਹ ਹੋਇਆ ਨਾ ਕਿਤੇ ਪਰਚਾ, ਤੇ ਇਹਨਾਂ ਤੇ ਵੀ ਹੋਇਆ। ਲਓ, ਹਾਈ ਕੋਰਟ ਨੇ ਕਿਹਾ ਵੀ ਗਨਸ, ਗਟਸ, ਡਰੱਗਸ ਨੂੰ ਪ੍ਰਮੋਟ ਕਰਨ ਵਾਲੇ ਤੇ ਪਰਚਾ ਕਰੋ, ਜੇ ਨਹੀਂ ਹੋਏਗਾ ਤੇ ਅਸੀਂ ਕਰਾਵਾਂਗੇ। ਸੋ ਅਸੀਂ ਤਾਂ ਗਲਤੀ ਨੂੰ, ਗੰਦਗੀ ਨੂੰ ਰੋਕਣਾ ਹੈ ਔਰ ਉਹਦੀ ਕਾਨੂੰਨੀ ਪ੍ਰਕਿਰਿਆ ਲੈਣੀ ਹੈ। ਮੈਨੂੰ ਫੇਮ ਦੀ ਲੋੜ ਨਹੀਂ, ਮੇਰੇ ਕੋਲ 2-2.5 ਹਜ਼ਾਰ ਕੇਸ ਚੱਲਦਾ ਪਿਆ ਔਰ ਮੇਰੇ ਕੋਲ ਸਫੀਸ਼ੀਐਂਟ ਕੰਮ ਹੈ, ਸਫੀਸ਼ੀਐਂਟ ਟੀਮ ਹੈ। ਅਸੀਂ ਬੜੀ ਇਮਾਨਦਾਰੀ ਨਾਲ ਛੋਟੀ ਜਿਹੀ ਥਾਂ ਤੇ ਬਹਿ ਕੇ ਕੰਮ ਕਰਦੇ ਹਾਂ। ਸਾਨੂੰ ਨਾ ਪੈਸੇ ਦਾ ਲਾਲਚ ਹੈ, ਨਾ ਫੇਮ ਦਾ ਲਾਲਚ ਹੈ। ਜਿੱਦਣ ਮੈਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਸੀ ਨਾ ਜੀ, ਉਸ ਕਲਗੀਆਂ ਵਾਲੇ ਨੇ ਮੇਰੇ ਕੰਨ 'ਚ ਫੂਕ ਮਾਰੀ ਸੀ, ਤੁਹਾਡੇ 'ਚ ਵੀ ਮਾਰੀ ਸੀ, ਇਹ ਸਾਰੇ ਦਰਸ਼ਕਾਂ ਦੇ ਕੰਨ 'ਚ ਮਾਰੀ ਸੀ। ਰੱਬ ਕੋ ਡਰ ਕੇ ਕੰਮ ਕਰਦਾ। ਗਰੀਬ ਬੰਦਾ ਆਵੇ ਤੇ ਫ੍ਰੀ ਕੰਮ ਕਰ ਦਿੰਦਾ, ਪੈਸੇ ਵਾਲਾ ਹੋਵੇ ਤੇ ਠੋਕ ਕੇ ਪੈਸੇ ਲੈਂਦਾ। ਮੈਂ ਫ੍ਰੀ ਤੋਂ ਲੈ ਕੇ ਲੱਖ ਰੁਪਇਆ ਦਿਹਾੜੀ ਤੱਕ ਦੇ ਕੰਮ ਕਰਦਾ। ਮੈਨੂੰ ਕੋਈ ਡਰ ਨਹੀਂ, ਕੋਈ ਪਾਪ ਨਹੀਂ। ਔਰ ਕਹਿ ਕੇ ਲੈਣਾ ਬਿੱਲ ਬੁੱਕ ਛਾਪੀ, ਬਿੱਲ ਤੇ ਬਿੱਲ ਕੱਟ ਕੇ ਦੇਣਾ, ਲੈ ਬਈ ਸੱਜਣਾ ਇਹ ਨਾ ਕਹੇ ਕਿਤੇ। ਮਤਲਬ ਜਦੋਂ ਤੱਕ ਡੈਡੀ ਸੀ, ਜਦ ਤੱਕ ਪੈਸੇ ਸੀ ਤਦ ਤੱਕ ਡੈਡੀ ਜੀ ਸੀ। ਡੈਡੀ ਜੀ ਤੋਂ ਬਾਅਦ ਡੈਡੀ ਜੀ ਵੀ ਮੁੱਕ ਗਏ ਤੇ ਹਸਬੈਂਡ ਨੂੰ ਵੀ ਠੇਂਗਾ ਦਿਖਾਤਾ ਤੇ ਆਪਣੇ ਮਤਲਬ ਨੂੰ ਆਪਾਂ ਅੱਗੇ ਰਹਿ ਗਏ। ਉਹਦੇ 'ਚ ਈਵੈਂਟ ਦੇਖੋ ਨਾ ਜੀ, ਇੱਥੋਂ ਜਾਣ ਤੋਂ ਲੈ ਕੇ ਵਿਆਹ ਕਰਾਉਣ ਆਉਣ ਤੱਕ ਤੇ ਵਿਆਹ ਤੋਂ ਬਾਅਦ PR ਤੱਕ ਸਾਰੇ ਨੋਟੋਰੀਅਸ ਨੇ। ਹੁਣ ਮੈਂ ਇੱਥੇ ਖੁਲਾਸਾ ਕਰਦਾ ਇੱਕ ਬੜੀ ਵੱਡੀ ਗੱਲ ਦਾ, ਕਈ ਚੈਨਲ ਨਾ ਝੂਠ ਬੋਲਦੇ ਪਏ ਨੇ। ਚੈਨਲ ਨਹੀਂ ਕਹੂੰਗਾ ਉਹਨਾਂ ਨੂੰ, ਯੂਟਿਊਬਰਸ ਝੂਠ ਬੋਲਦੇ ਪਏ ਨੇ। ਫਿਰ ਮੈਂ ਦੁਬਾਰਾ ਡਿਕਲੇਅਰ ਕਰਦਾ ਕਿ ਜਿੰਨੇ ਵੀ ਯੂਟਿਊਬਰ ਆ, ਆਪਾਂ ਜਿੰਨੇ ਵੀ ਆ, ਸਭ ਤੋਂ ਪਹਿਲਾਂ ਤੇ ਉਹਨਾਂ ਕੋਲ ਉਹ ਕਿਸੇ ਤਰ੍ਹਾਂ ਦੀ ਨਿਊਜ਼ ਨਹੀਂ ਚਲਾ ਸਕਦੇ, ਕਿਸੇ ਤਰ੍ਹਾਂ ਦੀ ਐਸੀ ਟੈਲੀਕਾਸਟ ਨਹੀਂ ਕਰ ਸਕਦੇ ਜਿਹਦੇ 'ਚ ਦੇਸ਼ ਨੂੰ ਕੋਈ ਖਤਰਾ ਹੋਵੇ ਜਾਂ ਕਿਸੇ ਨੂੰ ਕੋਈ ਖਤਰਾ ਹੋਵੇ। ਕੋਈ ਅਬਸੀਨ ਫੋਟੋਗ੍ਰਾਫ ਨਹੀਂ ਅਪਲੋਡ ਕਰ ਸਕਦੇ। ਮੋਰ ਓਵਰ, ਜੇ ਤੁਸੀਂ ਕੋਈ ਵੀ ਇਹੋ ਜਿਹੀ ਪਬਲਿਕ ਡੋਮੇਨ ਦੀ ਚੀਜ਼ ਕਰਨੀ ਹੈ ਤੇ ਮਿਨਿਸਟਰੀ ਆਫ ਬ੍ਰੌਡਕਾਸਟ ਤੋਂ ਲਾਇਸੈਂਸ ਬਹੁਤ ਜ਼ਰੂਰੀ ਹੈ। ਕੋਈ ਵੀ ਯੂਟਿਊਬਰ ਆਪਣੇ ਆਪ ਨੂੰ ਜਰਨਲਿਸਟ ਸਮਝ ਕੇ ਭੁਲੇਖੇ 'ਚ ਨਾ ਆਵੇ। ਔਰ ਕਈ ਜਰਨਲਿਸਟ ਤੇ ਗੱਡੀਆਂ ਚਲਾ ਕੇ ਨਾਲ ਵੱਡੀਆਂ ਗੱਲਾਂ ਕਰਦੇ ਨੇ ਕਿ ਅਸੀਂ ਆਹ ਕਰਤਾ ਸੀ, ਉਹ ਕਰਤਾ, ਤੇ ਉਹ ਵੀ ਸਾਵਧਾਨ ਰਹਿਣ, ਉਹਨਾਂ ਦਾ ਚਲਾਨ ਵੀ ਹੋ ਸਕਦਾ ਹੈ। ਠੀਕ ਹੈ ਨਾ, ਬੜੀਆਂ ਜ਼ਰੂਰੀ ਗੱਲਾਂ ਨੇ। ਸੋ ਫੁਕਰੇ ਕਈ ਕਰਦੇ ਨੇ ਜ਼ਿੰਦਗੀ 'ਚ। ਸੋ ਇੱਕ ਗੱਲ ਮੈਂ ਸਿੱਧੀ ਕਹੂੰਗਾ ਤੁਹਾਡੇ ਵਾਲੀ, ਫਿਰ ਗੱਲ ਯਾਦ ਕਰਦਾ ਮੈਂ, ਬੜੀ ਵਧੀਆ ਤੁਸੀਂ ਉਦਾਹਰਨ ਦਿੱਤੀ ਹੈ ਵੀ ਗਾਂ ਹੀ ਰਹਿਣੀ ਹੈ। ਉਹਦੇ ਤੇ ਕੋਈ ਗਧਾ ਲਿਖ ਕੇ ਉਹਨੂੰ ਗਧਾ ਮੰਨੀ ਜਾਵੇ ਤੇ ਤਾਂ ਉਹਨੇ ਗਧਾ ਨਹੀਂ ਬਣ ਜਾਣਾ। ਉਹਨੂੰ ਗਊ ਮਾਤਾ ਲਿਖ ਕੇ ਕੋਈ ਗਧਾ ਮੰਨੇ ਤੇ ਉਹ ਆਪਣਾ ਦਿਮਾਗ ਹੈ ਹਰ ਬੰਦੇ ਦਾ। ਸੋ ਚੰਗੀ ਗੱਲ ਹੈ ਕਿ ਨਿੰਦਕ ਨੇੜੇ ਰਾਖੀਏ, ਆਂਗਨ ਕੁਟੀ ਛਵਾਏ। ਨਿੰਦਕ ਜਿਹੜੇ ਹੈ ਨਾ, ਜਿਹੜੇ ਇਹੋ ਜਿਹਾ ਬਕਵਾਸ ਕਰਨ ਵਾਲੇ, ਇਹਨਾਂ ਨੂੰ ਵੀ ਲਾਗੇ ਰੱਖ ਲਓ, ਕੋਈ ਗੱਲ ਨਹੀਂ, ਅਲਰਟ ਕਰਦੇ ਰਹਿੰਦੇ ਆ ਕਿ ਕਿਤੇ ਸਾਡੀਆਂ ਲਗਾਮਾਂ ਤੇ ਨਹੀਂ ਢਿੱਲੀਆਂ ਪੈ ਗਈਆਂ। ਤਾਂ ਕੋਈ ਗੱਲ ਨਹੀਂ, ਆਪਾਂ ਟਾਈਟ ਆ, ਲਗਾਮਾਂ ਸਾਡੀਆਂ ਸਹੀ ਹੈ। ਅੱਛਾ, ਇਹਦੇ 'ਚ ਮੈਂ ਹੋਰ ਇੱਕ ਅੱਜ ਪੁਸ਼ਟੀ ਕਰਨਾ ਚਾਹੁੰਦਾ। ਇੱਕ ਬਿਆਨ ਨੂੰ ਤਰੋੜ ਮਰੋੜ ਕੇ ਕਿਸੇ ਯੂਟਿਊਬਰ ਨੇ ਕੋਠੇ ਤੇ ਬਹਿ ਜਾਓ ਵਾਲੀ ਗੱਲ। ਮੈਂ ਸਭ ਤੋਂ ਪਹਿਲੇ ਪ੍ਰੋਗਰਾਮ 'ਚ ਜਿਹੜਾ ਮੈਂ ਵਿਜ਼ਨ ਪੰਜਾਬ ਤੇ ਦਿੱਤਾ ਸੀ, ਮੈਂ ਕਿਹਾ ਜੀ ਜਿੰਨੇ ਵੀ ਗੰਦੇ ਲੋਕ ਪੈਸਾ ਹੀ ਇਕੱਠਾ ਕਰਨਾ ਚਾਹੁੰਦੇ ਆ, ਅੱਜ ਮੈਂ ਉਸ ਡਾਇਲੋਗ ਨੂੰ ਰਿਪੀਟ ਕਰਦਾ, ਮੈਂ ਬਿਨਾਂ ਪੜ੍ਹੇ ਉਦਣ ਵਾਲੇ ਨਾਲ ਮਿਲਾ ਲਓ। ਜਿੰਨੀਆਂ ਵੀ ਕੁੜੀਆਂ ਮੁੰਡੇ ਇਸ ਗੰਦੇ ਤਰੀਕੇ ਨਾਲ ਪੈਸਾ ਇਕੱਠਾ ਕਰਨਾ ਚਾਹੁੰਦੇ, ਕੈਨੇਡਾ ਦੀ ਥਾਂ ਤੇ ਕੋਠੇ ਬਹਿ ਜਾਓ। ਅੱਜ ਵੀ ਮੈਂ ਕਲੀਅਰ ਕਹਿਣਾ, ਮੈਂ ਇਕੱਲੀਆਂ ਕੁੜੀਆਂ ਦੇ ਖਿਲਾਫ ਨਹੀਂ, ਇਕੱਲੇ ਮੁੰਡਿਆਂ ਦੇ ਖਿਲਾਫ ਨਹੀਂ, ਮੈਂ ਉਸ ਗੰਦੇ ਲੋਕਾਂ ਦੇ ਖਿਲਾਫ ਹਾਂ ਜਿਹੜੇ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਵਾਂ ਲੈਣ ਤੋਂ ਬਾਅਦ ਉਹਦੀ ਬੇਅਦਬੀ ਕਰਦੇ ਨੇ। ਉਹਨਾਂ ਤੇ 295 ਦਾ ਪਰਚਾ ਵੀ ਕਰਾਊਂਗਾ ਮੈਂ। ਸੈਕਿੰਡ ਗੱਲ, ਜਿਹੜੇ ਵੀ ਇਹੋ ਜਿਹੇ ਮੁੰਡੇ ਕੁੜੀਆਂ ਨੇ, ਮੈਂ ਉਹਨਾਂ ਨੂੰ ਮੁੰਡੇ ਕੁੜੀਆਂ ਨਹੀਂ ਕਹਿੰਦਾ, ਡੈਣਾ ਚੜੇਲਾਂ ਤੇ ਭੂਤ ਪ੍ਰੇਤ ਕਹਿੰਦਾ। ਉਹ ਇਨਸਾਨ ਦੀ ਕੈਟਾਗਰੀ 'ਚ ਨਹੀਂ ਹੈ। ਸੋ ਇਸ ਕਰਕੇ ਉਹ ਡੈਣਾ ਨੇ, ਉਹ ਭੂਤ ਨੇ, ਇਹਨਾਂ ਨੂੰ ਵੇਖ ਲਓ ਚੰਗੀ ਤਰ੍ਹਾਂ। ਉਹ ਭੂਤ ਵੀ ਨੇ ਤੇ ਉਹ ਨਾਲ ਚੜੇਲਾਂ ਵੀ ਨੇ ਤੇ ਉਹ ਨਾਲ ਪ੍ਰੇਤ ਨੇ। ਸੋ ਇਸ ਕਰਕੇ ਉਹ ਇਨਸਾਨ ਦੀ ਕੈਟਾਗਰੀ 'ਚੋਂ ਦੂਰ ਹੈ। ਮੇਰਾ ਕੋਈ ਬਿਆਨ ਬਦਲੇ ਤੇ ਉਹਦੀ ਮਰਜ਼ੀ ਹੈ, ਬਦਲਦਾ ਰਹੇ, ਮੈਨੂੰ ਫਰਕ ਨਹੀਂ ਪੈਂਦਾ। ਮੈਨੂੰ ਕੀ ਕਹਿੰਦੇ ਨਾ, ਫਲਾਣੇ ਨੂੰ ਠੰਡ, ਤੇ ਮੈਨੂੰ ਠੰਡ ਹੀ ਰਹਿੰਦੀ ਹੈ ਫਿਰ। ਤੇ ਵਕੀਲ ਸਾਹਿਬ, ਜੇ ਆਪਾਂ ਸਮੇਂ ਦੀ ਗੱਲ ਕਰੀਏ, ਕਿਉਂਕਿ ਸਮਾਂ ਦੇਖੋ ਵੈਸੇ ਤਾਂ ਨਾ ਇਹ ਕੇਸ ਹੁੰਦੇ ਨੇ ਕਾਫੀ ਲੰਬੇ ਸਮੇਂ ਚੱਲ ਜਾਂਦੇ ਨੇ, ਪਰ ਜੇਕਰ ਆਪਾਂ ਲਾਡੀ ਤੇ
ਅੰਤ ਕੌਰ ਦੇ ਆਪਾਂ ਕੇਸ ਦੀ ਗੱਲ ਕਰੀਏ ਤਾਂ ਕੇਸ ਬੜਾ ਕ੍ਰਿਟੀਕਲ ਜੀ ਹੈ ਨਾ, ਜਿਹੜੇ ਸਿਚੁਏਸ਼ਨ ਤੇ ਪਹੁੰਚ ਚੁੱਕਿਆ, ਤੇ ਤੁਹਾਡੇ ਵੱਲੋਂ ਮਤਲਬ ਕੀ ਲੱਗਦਾ ਤੁਹਾਨੂੰ ਕਿ ਸਮੇਂ ਦੀ ਗੱਲ ਕਰੀਏ, ਸਮਾਂ ਕਿੰਨਾ ਕੁ ਲੱਗ ਜੂ? ਸਮਾਂ ਛੱਡੋ, ਪਹਿਲਾਂ ਇੱਕ ਉਦਾਹਰਨ ਦਿੰਦਾ ਮੈਂ। ਜਿਹੜਾ ਘਰ 'ਚ ਕੁੱਤਾ ਪਾਲਿਆ ਹੁੰਦਾ ਨਾ, ਉਹਨੂੰ ਇਸ਼ਾਰਾ ਕਰੀਏ ਰੌਕੀ, ਟੋਮੀ, ਜੋ ਵੀ ਕਹਿਣਾ, ਟੋਮੀ ਕਹਿੰਦੇ ਕਿਉਂਕਿ ਟੋਮੀ ਨਾਂ ਮਸ਼ਹੂਰ ਹੈ। ਚੱਲ ਆਪਣੇ ਬੈੱਡ ਤੇ ਜਾਂ ਚੱਲ ਆਪਣੇ ਪਿੰਜਰੇ ਤੋਂ, ਆਪੇ ਚੱਲ ਜਾਂਦਾ, ਪਿੰਜਰੇ 'ਚ ਬਹਿ ਜਾਂਦਾ, ਚੁੱਪ ਕਰਕੇ ਅੱਖਾਂ ਨੀਵੀਆਂ ਪਾ ਲੈਂਦਾ। ਉਹਨੂੰ ਸ਼ਰਮ ਹੁੰਦੀ ਆਪਣੇ ਮਾਲਕ ਦੀ। ਤੇ ਡੱਗ ਕੁੱਤੇ ਨੂੰ ਕਹਿ ਕੇ ਵਿਖਾਓ, ਜਿਹੜਾ ਗਲੀ 'ਚ ਤੁਰਿਆ ਫਿਰਦਾ, ਉਹਨੂੰ ਫੜਨ ਜਾਓ ਤੇ ਅੱਗੇ ਅੱਗੇ ਭੱਜਾ ਫਿਰਦਾ। ਕਹਿਣ ਦਾ ਭਾਵ ਕਿ ਜਿਹੜਾ ਚੋਰ ਹੈ ਉਹਨੇ ਅੱਗੇ ਅੱਗੇ ਭੱਜੇ ਫਿਰਨਾ, ਤੇ ਅਸੀਂ ਉਹਦੇ ਪਿੱਛੇ ਪਿੱਛੇ ਜਾਣਾ। ਤੇ ਕਿੰਨੀ ਕੁ ਦੂਰ ਭੱਜੇਗਾ, ਕਿਉਂਕਿ ਉਹ ਭੱਜਣ ਵਾਲਾ ਇਕੱਲਾ ਹੈ। ਇੱਥੇ ਕਾਨੂੰਨ ਉਹਦੇ ਮਗਰ ਹੈ, ਤੇ ਕਾਨੂੰਨ ਦੀ ਗ੍ਰਿਫਤ 'ਚ ਵੇਖੋ। ਹੁਣ ਮੈਂ ਤੁਹਾਨੂੰ ਸੀਕੁਐਂਸ ਦਿੰਦਾ। FIR ਹੋ ਗਈ, ਮੇਰੀ ਪਾਸਪੋਰਟ ਦਫ਼ਤਰ ਨੂੰ ਰਿਪਰੈਜ਼ੈਂਟੇਸ਼ਨ ਚਲ ਗਈ। ਹੁਣ ਉਹਨੇ ਉੱਥੇ ਪਾਸਪੋਰਟ ਰੀਨਿਊ ਕਰਨ ਲਈ ਜਾਂ PCC ਲਈ ਅਪਲਾਈ ਕਰਨਾ, ਉਹ ਨੈਗੇਟਿਵ ਹੋ ਗਈ। ਜਦੋਂ ਪਾਸਪੋਰਟ ਹੀ ਖਾਰਜ ਹੋ ਗਿਆ ਤਾਂ ਫਿਰ ਉੱਥੇ ਰਹਿਣ ਕਿੱਥੇ ਸਕਦੇ? ਪਹਿਲਾ ਸਵਾਲ। ਹੁਣ ਪਾਸਪੋਰਟ ਰੀਨਿਊ ਨਹੀਂ ਹੋਣਾ ਤੇ ਰਿਹਾ ਨਹੀਂ ਜਾਣਾ। ਹੁਣ ਜਿਹੜੀ ਉੱਥੇ ਵਰਕ ਪਰਮਿਟ ਪਾਇਆ, ਉਹਦੇ ਵਿੱਚ ਹੁਣ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ 2019 'ਚ ਇਹ ਆਪਣੇ ਕਿਸੇ ਵਕੀਲ ਸਾਹਿਬ ਕੋਲੋਂ ਇਹਨਾਂ ਨੇ ਕਾਗਜ਼ ਵਿਖਾਇਆ ਸੀ। ਉਹ ਵਕੀਲ ਸਾਹਿਬ ਦੀ ਗੱਲ, ਇਨਕਮ ਟੈਕਸ ਦੀ ਰਿਟਰਨ ਦਾ ਕੋਈ ਫਾਰਮ ਸੀ ਕਿ ਅਸੀਂ ਇਨਕਮ ਟੈਕਸ ਦੀ ਰਿਟਰਨ ਭਰੀ 2019 'ਚ, ਵੇਖੋ ਉਹਦੇ 'ਚ ਕੁੜੀ ਦਾ ਨਾਂ। ਉੱਥੇ ਮੈਂ ਵਕੀਲ ਸਾਹਿਬ ਦੀ ਛੋਟੀ ਜਿਹੀ ਗਲਤੀ ਕਹੂੰਗਾ, ਉਸ ਕਾਗਜ਼ 'ਤੇ ਨਾ ਤੇ ਬੇਅੰਤ ਕੌਰ ਦੇ ਸਾਈਨ ਹੈ, ਨਾ ਉਹਦੇ ਫਾਦਰ ਦੇ, ਨਾ ਉਹਦੀ ਮਦਰ ਦੇ, ਨਾ ਕਿਸੇ ਹੋਰ ਦੇ। ਉਹ ਕਾਗਜ਼, ਆਹ ਕਾਗਜ਼ ਹੈ। ਮੈਂ ਹੁਣੇ ਇੱਥੇ ਟਾਈਪ ਕਰਕੇ ਬੜਾ ਸੋਹਣਾ ਜਿਹਾ ਸਿਸਟਮ ਬਣਾ ਦਿੰਦਾ, ਬੜਾ ਸੋਹਣਾ ਜਿਹਾ ਸਿਸਟਮ ਬਣਾ ਦਿੰਦਾ, ਤੇ ਜਿੱਦਾਂ ਦਾ ਇਨਕਮ ਟੈਕਸ ਮਹਿਕਮਾ ਕਾਗਜ਼ ਇਸ਼ੂ ਕਰਦਾ ਹੈ ਉਹੋ ਜਿਹਾ ਆਰਡਰ ਬਣਾ ਦਿੰਦਾ, ਉਹ ਮੈਂ ਸ਼ੋਅ ਕਰ ਦਿੰਦਾ। ਸੋ ਸੈਕਿੰਡ ਜੇ ਮੈਂ ਗੱਲ ਕਰਾਂ, ਰੱਖਦੇ ਹੁਣ ਜੇ ਮੈਂ ਸੈਕਿੰਡ ਗੱਲ ਕਰਾਂ, ਬੇਅੰਤ ਕੌਰ ਨੇ ਜਿਹੜਾ ਉਹ ਫਾਰਮ ਦਿਖਾਇਆ, ਪਹਿਲਾਂ ਤਾਂ ਵਕੀਲ ਸਾਹਿਬ ਦੀ ਗਲਤੀ ਮੰਨੂਗਾ ਮੈਂ ਕਿ ਉਹ ਕਿਸੇ ਦੇ ਸਾਈਨ ਕਰਾ ਕੇ ਪੇਪਰ ਪਬਲਿਕ ਕਰਨ। ਅੱਬਲ ਤੇ ਕੋਈ ਵੀ ਪ੍ਰਾਈਵੇਟ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਦਿਖਾਣੀ ਨਹੀਂ ਚਾਹੀਦੀ। ਅਸੀਂ ਦਿਖਾਈ ਹੋਏਗਾ ਅੱਜ ਤੱਕ? ਅਸੀਂ ਸਾਰਾ ਕੁਝ ਮੂੰਹੋਂ ਬੋਲਦੇ ਹਾਂ, ਸਾਡੀ ਗੱਲ 'ਚ ਵਚਨ ਹੈ। ਤੁਹਾਨੂੰ ਮੈਂ ਅੱਜ ਦਿਖਾਊਂਗਾ ਵੀ, ਅੱਜ ਮੈਂ ਤੁਹਾਨੂੰ ਇਹ ਦਿਖਾਊਂਗਾ ਮੈਂ ਕਿਹੜੀ ਚਿੱਠੀ ਪੋਸਟ ਕਰ ਚੁੱਕਾ, ਔਰ ਉਹਦੇ ਵੀ ਕੁਝ ਲਿਮਿਟਿਡ ਐਡੀਸ਼ਨ ਚੀਜ਼ਾਂ ਦਊਂਗਾ ਮੈਂ ਤੁਹਾਨੂੰ। ਸਾਰੀ ਉਹ ਵੀ ਨਹੀਂ ਦਿਖਾਉਣ ਵਾਲਾ, ਕਿਉਂਕਿ ਜਿੰਨੀ ਕੁ ਪਬਲਿਕ ਡੋਮੇਨ 'ਚ ਇਨਫੋਰਮੇਸ਼ਨ ਜਾਣੀ ਚਾਹੀਦੀ ਓਨੀ ਜਾਣੀ ਚਾਹੀਦੀ ਹੈ। ਸੋ ਜਿਹੜੇ ਅੱਜ ਕੱਲ੍ਹ ਦੇ ਉਹ ਯੂਟਿਊਬਰ ਆਪਣੇ ਆਪ ਨੂੰ ਜਰਨਲਿਸਟ ਸਮਝੀ ਬੈਠੇ ਨੇ, ਉਹ ਲੋਕ ਇਹ ਗਲਤੀਆਂ ਕਰਦੇ ਪਏ ਨੇ, ਉਹਨਾਂ ਨੂੰ ਇਸ ਮਰਿਆਦਾ ਦਾ ਨਹੀਂ ਪਤਾ। ਤੇ ਉਸ ਮਰਿਆਦਾ 'ਚ ਈਵਨ ਬੇਅੰਤ ਕੌਰ ਵੱਲੋਂ ਮੈਂ ਉਹਨਾਂ 'ਤੇ ਕੇਸ ਕਰ ਸਕਦਾ ਕਿ ਤੂੰ ਉਹਦੀ ਪਰਸਨਲ ID, ਪਰਸਨਲ ਸੋਸ਼ਲ ਚੀਜ਼ਾਂ, ਪਰਸਨਲ ਇਹੋ ਜਿਹੀਆਂ ਚੀਜ਼ਾਂ, ਉਹ ਉਦੋਂ ਤੱਕ ਤੂੰ ਇੱਕ ਪਾਸੇ ਤੇ ਬੇਅੰਤ ਕੌਰ ਦਾ ਬੜਾ ਹਮਦਰਦ ਬਣਿਆ, ਦੂਜੇ ਪਾਸੇ ਤੂੰ ਉਹਦੀਆਂ ਹੀ ਚੀਜ਼ਾਂ ਨੂੰ ਪਬਲਿਕ 'ਚ ਭੇਜੀ ਜਾ ਰਿਹਾ। ਤੂੰ ਕਿੰਨਾ ਕੁ ਸਿਆਣਾ ਸੱਜਣਾ। ਚਲੋ ਉਹ ਵਾਲਾ ਜਿਹੜਾ ਡਾਕੂਮੈਂਟ ਸ਼ੋਅ ਕੀਤਾ, ਉਹ ਇੱਕ ਉਹ ਡਾਕੂਮੈਂਟ ਹੈ ਜਿਵੇਂ ਤੁਸੀਂ ਇਨਕਮ ਟੈਕਸ ਰਿਟਰਨ ਭਰਦੇ ਹੋ, ਤੁਹਾਡੇ ਵਕੀਲ ਸਾਹਿਬ ਭਰਦੇ ਹੋਣਗੇ, ਉਹ ਆਪਣੇ ਕੋਲ ਇੱਕ ਫਾਰਮ ਭਰਦੇ ਪਹਿਲਾਂ। ਉਹ ਅੱਜ ਕੱਲ੍ਹ ਉਹ ਕੰਪਿਊਟਰ ਨਾਲ ਭਰਿਆ ਜਾਂਦਾ, ਕੰਪਿਊਟਰ ਨਾਲ ਭਰ ਕੇ ਉਹਨੂੰ ਡਾਊਨਲੋਡ ਕਰ ਲਈਦਾ, ਉਹਦਾ ਪ੍ਰਿੰਟ ਕੱਢ ਲਈਦਾ। ਜਿਵੇਂ ਉਹ ਪ੍ਰਿੰਟ ਕਰਕੇ ਵਿਖਾ ਰਿਹਾ ਤਾਂ ਉਹ ਇੱਕ ਮਿਸਲੀਡਿੰਗ ਇਨਫੋਰਮੇਸ਼ਨ ਹੈ ਪਬਲਿਕ ਲਈ। ਜਦੋਂ ਮੈਂ ਤੇ ਇਹ ਕਹਿੰਦਾ, ਮੈਂ ਅੱਜ ਵੀ ਚੈਲੰਜ ਕਰਦਾ ਮੈਂ ਸਾਰੇ ਟੱਬਰ ਨੂੰ, ਬੇਅੰਤ ਦੇ ਟੱਬਰ ਨੂੰ, ਬੇਅੰਤ ਨੂੰ, ਕਿ ਕੁੜੀਏ ਤੂੰ ਜਿਹੜੇ ਅਸੈਸਮੈਂਟ ਆਰਡਰ ਤੇਰੇ ਇਨਕਮ ਟੈਕਸ ਡਿਪਾਰਟਮੈਂਟ, ਕੈਨੇਡੀਅਨ ਰੈਵਨਿਊ ਸਰਵਿਸਿਜ਼ CRS, ਉਹਨੇ ਜਿਹੜੇ ਤੈਨੂੰ ਅਸੈਸਮੈਂਟ ਆਰਡਰ ਦਿੱਤੇ ਆ ਕਿ ਹਾਂ ਤੇਰੀ ਇੰਨੀ ਸੈਲਰੀ ਸੀ, ਤੇਰਾ ਆਹ ਸਭ ਕੁਛ ਸੀ, ਤੇਰੇ ਆਹ ਖਰਚੇ ਸੀ, ਆਹ ਤੇਰੀ ਨੈਟ ਬਣਦੀ ਹੈ, ਜਿਹੜੇ ਅਸੈਸਮੈਂਟ ਆਰਡਰ ਮੋਹਰ ਲੱਗ ਕੇ ਆਏ ਉਹ ਵਿਖਾ ਜੇ ਪਿਓ ਦੀ ਧੀਆਂ ਤੇ। ਸਾਨੂੰ ਸ਼ਦਾਈ ਨਾ ਸਮਝ, ਤੂੰ ਕੈਨੇਡਾ ਅੱਜ ਗਈ ਹੈ, ਅਸੀਂ ਬੜੇ ਸਾਲਾਂ ਤੋਂ ਜਾਂਦੇ ਆਉਂਦੇ ਹਾਂ। ਸਾਡੇ ਉਹ ਮੇਲ ਮਿੱਤਰ ਜੀ ਦਾ ਡਾਇਲੌਗ ਯਾਦ ਆਉਂਦਾ ਵੀ ਇਹ ਲੱਤਾਂ ਐਵੇਂ ਕਿਵੇਂ ਦੀਆਂ ਲੱਤਾਂ ਨਹੀਂ ਹੈ, ਇਹ ਕੈਨੇਡਾ ਦੀਆਂ ਸੜਕਾਂ 'ਤੇ ਵੀ ਚੱਲੀਆਂ, ਇਹ ਅਮਰੀਕਾ ਦੀ ਸੜਕਾਂ 'ਤੇ ਵੀ ਚੱਲੀਆਂ, ਇਹ ਡੈਸ਼ 'ਚ ਵੀ ਵੱਜੀਆਂ। ਤੇ ਨਹੀਂ ਹੋ ਸਕਦਾ ਉਹਨਾਂ ਨੂੰ ਇਹ ਹੋਵੇ ਨਾ ਵੀ ਇਹ ਮਸਲਾ ਇੰਨਾ ਅੱਗੇ ਨਹੀਂ ਜਾਊਗਾ, ਹੈ ਨਾ। ਉਹ ਮਤਲਬ ਵੀ ਜਿਵੇਂ ਹਜ਼ਾਰਾਂ ਹੀ ਕੁੜੀਆਂ ਕਰੀ ਬੈਠੀਆਂ ਨੇ, ਜਿਹੜੇ ਘਾਪਲੇ ਨੇ ਹਜ਼ਾਰਾਂ ਕੁੜੀਆਂ ਨੇ ਕੀਤੇ ਨੇ, ਕਿ ਸਾਡਾ ਵੀ ਚੱਲ ਜਾਣਾ। ਸ਼ਾਇਦ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਇਹ ਜਿਹੜਾ ਮਸਲਾ ਇਹ ਇੰਨਾ ਹਾਈਲਾਈਟ ਹੋ ਜਾਊਗਾ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸੁਨੀਲ ਮੱਲਨ ਮੇਰੇ ਮਗਰ ਪੈ ਜਾਊਗਾ। ਮੇਰੀ ਹਿਸਟਰੀ ਹੈ, ਜਾਂ ਮੈਂ ਲੜਿਆ ਨਹੀਂ, ਜੇ ਮੈਂ ਲੜਿਆ ਤੇ ਮੈਂ 20 ਰੁਪਏ ਪਿੱਛੇ ਪਟਵਾਰੀ ਨੂੰ ਉਮਰ ਕੈਦ ਕਰਾਉਣ ਤੱਕ ਗਿਆ ਤੇ 13 ਸਾਲ ਲੜਾਈ ਲੜੀ ਹੈ, ਔਰ ਚੰਡੀਗੜ੍ਹੋਂ ਅੰਮ੍ਰਿਤਸਰ ਜਾਂਦਾ ਰਿਹਾ ਕੇਸ ਲੜਨ, 20 ਰੁਪਏ ਦੀ ਲੜਾਈ ਪਿੱਛੇ। ਮੇਰੀ YouTube 'ਤੇ ਵੀਡੀਓ ਪਈ ਹੈ, ਚੈੱਕ ਕਰ ਲਿਓ। ਔਰ 2013 ਦੀ ਉਹ ਵੀਡੀਓ ਹੈ ਤੇ 2021 ਆ ਗਿਆ ਹੈ। ਮੈਂ ਉਹ ਲੜਾਈ ਲੜੀ ਹੈ ਤੇ ਉਹਦਾ ਅੰਤ ਲਿਆਂਦਾ ਹੈ, ਕਿਉਂਕਿ ਸੁਨੀਲ ਕੁਮਾਰ ਨੂੰ ਖਰੀਦਣ ਵਾਸਤੇ ਕੀਮਤ ਨਹੀਂ ਹੈਗੀ ਕੋਈ। ਇਹ ਵਿਕਾਊ ਨਹੀਂ ਹੈ। ਤੁਸੀਂ ਇੱਥੇ 100 ਕਰੋੜ ਵੀ ਰੱਖ ਦਿਓ, ਇਹ ਵਿਕੇਗਾ ਨਹੀਂ। ਜੇ ਆਪਣੇ ਜੇ ਮੈਂ ਲਾਡੀ ਕੋ ਅੱਜ ਕਹਿ ਤਾ ਨਾ ਕਿ ਮੈਂ ਪੈਸੇ ਨਹੀਂ ਲੈਣੇ, ਤੇ ਮੈਂ ਪੱਲਿਓਂ ਪੈਸੇ ਲਾ ਕੇ ਬਰਨਾਲੇ ਜਾ ਕੇ ਕੇਸ ਲੜਾਂਗਾ, ਤੇ ਮੈਂ ਜੋ ਜ਼ੁਬਾਨ ਕੀਤੀ ਹੈ, ਮੇਰੇ ਮੂੰਹ 'ਚੋਂ ਵਚਨ ਹੈ, ਉਹ
ਮੈਂ ਉੱਥੋਂ ਨਹੀਂ ਮੁੱਕਰ ਸਕਦਾ। ਬਾਕੀ ਮੈਂ ਆਪਣੇ ਸਾਰੇ ਭੈਣ ਭਰਾਵਾਂ ਅੱਗੇ ਇੱਕੋ ਅਰਦਾਸ ਕਰਦਾ ਕਿ ਸਵੇਰੇ ਸ਼ਾਮ ਦੀ ਮਹਾਰਾਜ ਦੇ ਅੱਗੇ ਲੈਣ ਲੱਗਿਆ ਨਾ ਇਹ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਮੇਰੇ ਦਿਮਾਗ ਨੂੰ, ਮੇਰੇ ਦਿਲ ਨੂੰ ਇੰਨੀ ਤਾਕਤ ਬਖਸ਼ੀ ਕਿ ਮੈਂ ਕਦੀ ਵੀ ਜ਼ਮੀਰ ਤੋਂ ਨਾ ਮਰ ਜਾਵਾਂ। ਬਸ ਇੱਕੋ ਹੀ ਮੇਰੇ ਲਈ ਅਰਦਾਸ ਕਰਿਓ। ਮੈਨੂੰ ਬੜੇ ਭੈਣ ਭਰਾ ਮੈਨੂੰ ਫੋਨ ਕਰਕੇ ਕਹਿੰਦੇ ਆ ਵਕੀਲ ਸਾਹਿਬ ਪੈਸਿਆਂ ਦੀ ਲਾਈਨ ਲਾ ਦਾਂਗੇ। ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਕਹਿ ਦਿੱਤਾ ਮੇਰੇ ਕੋਲ ਤੁਹਾਡੇ ਕਰੋੜਾਂ ਰੁਪਏ ਆ ਗਏ, ਅਰਬਾਂ ਰੁਪਏ ਆ ਗਏ, ਪਰ ਸਭ ਤੋਂ ਜ਼ਰੂਰੀ ਮੈਨੂੰ ਆਪਣੀ ਅਰਦਾਸ 'ਚ ਯਾਦ ਰੱਖਿਓ। ਉਸ ਵੇਲੇ ਉਸ ਪ੍ਰਮਾਤਮਾ ਨੂੰ ਕਹਿਣਾ ਕਿ ਇਹਨੂੰ ਤਾਕਤ ਵੀ ਦੇਈਂ ਔਰ ਇਹਦੀ ਕਦੀ ਵੀ ਮੰਦਬੁੱਧੀ ਨਾ ਹੋਵੇ, ਕਦੀ ਮੇਰਾ ਮਨ ਨਾ ਖਰਾਬ ਹੋਵੇ। ਔਰ ਲਾਡੀ ਦਾ ਪਰਿਵਾਰ, ਮੈਂ ਤੇ ਅਸ਼ੋਕ ਅਰੋੜਾ ਜੀ ਮਿਲ ਕੇ ਚੱਲੀਏ ਤੇ ਅਸੀਂ ਤਾਕਤ ਜਿੱਤ ਕੇ ਵਿਖਾਵਾਂਗੇ। ਭਾਜੀ ਇੱਕ ਗੱਲ ਦੱਸਦੇ ਹਾਂ, ਇਹ ਕੇਸ ਤੇ ਹਾਈਲਾਈਟ ਹੋ ਗਿਆ। ਇਹੋ ਜਿਹੇ 4 ਕੇਸ ਮੇਰੇ ਕੋਲ ਹੋਰ ਵੀ ਆਏ ਜਿਨ੍ਹਾਂ ਦਾ ਮੁੰਡਾ ਮਰਿਆ। ਅੱਛਾ ਜੀ ਹਾਂ, ਉਹ ਵੀ ਕੇਸ ਤੁਹਾਨੂੰ ਜਦੋਂ ਉਹਨਾਂ ਦੀ ਪਰਮਿਸ਼ਨ ਹੋਏਗੀ ਦਿਖਾਊਂਗਾ। ਇਸ ਕੇਸ 'ਚ ਜੇ ਮਿਸ਼ਨ ਅੰਤ ਕੌਰ ਸਕਸੈਸਫੁਲ ਨਹੀਂ ਹੁੰਦਾ, ਉਹ ਸਾਰੇ ਗਲਤ ਬੰਦਿਆਂ ਨੂੰ, ਮੁੰਡੇ ਕੁੜੀਆਂ ਨੂੰ ਉਹ ਸ਼ੈ ਮਿਲਣੀ ਹੈ, ਉਹ ਸ਼ੈ ਮਿਲਣੀ ਹੈ ਕਿ ਉਸ ਤੋਂ ਬਾਅਦ ਤੇ ਪੰਜਾਬ 'ਚ ਮੌਤਾਂ ਦਾ ਹੜ੍ਹ ਆਉਣਾ ਹੈ। ਮੌਤਾਂ ਦਾ ਹੜ੍ਹ ਆਉਣਾ। ਤਾਲੀਬਾਨ ਦਿਮਾਗ 'ਚ ਵੜ ਜਾਣੇ ਆ, ਮੁੰਡੇ ਸੁਸਾਈਡ ਕਰ ਜਾਣਗੇ, ਮੁੰਡਿਆਂ ਨਾਲ ਬਹੁਤ ਕੁਝ ਮਾੜਾ ਹੋਏਗਾ, ਕੁੜੀਆਂ ਨਾਲ ਵੀ ਹੋਏਗਾ। ਜਿਹੜਾ ਵੀ ਉਧਰ ਗਿਆ ਸਪਾਊਸ, ਉਹਦੇ ਉਲਟ ਸਪਾਊਸ ਨਾਲ, ਉਹਦੇ ਮਾਂ ਪਿਓ ਨਾਲ ਬੜੇ ਧੱਕੇ ਹੋਣਗੇ। ਕਈ ਪਰਿਵਾਰ ਖੁਦਕੁਸ਼ੀ ਕਰ ਜਾਣਗੇ। 65 ਲੱਖ ਲਾਈ ਬੈਠੇ ਨੇ ਮੁੰਡੇ। ਬਿਲਕੁਲ। ਜਦੋਂ ਆਪਾਂ ਧਰਨੇ ਤੇ ਵੀ ਗਏ ਸੀ ਜਾਂ ਉੱਦਾਂ ਵੀ ਇਸ ਕੇਸ ਦੇ ਮਸਲੇ ਦੇ ਵਿੱਚ ਕਿਤੇ ਇਕੱਠੇ ਹੁੰਦੇ ਆ ਤਾਂ ਉੱਥੇ ਕਿੰਨੇ ਲੋਕ ਆਉਂਦੇ ਨੇ, ਕਿੰਨੇ ਮੁੰਡੇ ਆਉਂਦੇ ਨੇ। ਕਈ ਇਹ ਕਹਿੰਦੇ ਨੇ ਕਿ ਜਦੋਂ ਦਾ ਇਹ ਕੇਸ ਹਾਈਲਾਈਟ ਹੋਇਆ ਸਾਡੇ ਕੋਲੇ ਮੈਸੇਜ ਆਉਣੇ ਸ਼ੁਰੂ ਹੋ ਗਏ ਜਾਂ ਸਾਡੇ ਕੋਲੇ ਫੋਨ ਆਉਣੇ ਸ਼ੁਰੂ ਹੋ ਗਏ। ਇਹਦੇ 'ਚ ਵੀ ਛੋਟੀ ਜਿਹੀ ਮਜ਼ਾਕ ਦੀ ਗੱਲ ਕਰ ਲੈਣਾ। ਮੈਨੂੰ ਲੋਕਾਂ ਨੇ ਫੋਨ ਕਰਕੇ ਥੈਂਕ ਯੂ ਕਿਹਾ। ਮੈਂ ਕਿਹਾ ਬਈ ਮੇਰਾ ਕਾਹਦਾ ਥੈਂਕ ਯੂ। ਕਹਿੰਦੇ ਵਕੀਲ ਸਾਹਿਬ ਤੁਹਾਡੀ ਫੋਟੋ ਹੀ ਭੇਜੀ ਉੱਥੇ ਵੀ ਆਹ ਵਾਲਾ ਵਕੀਲ ਕਰਨ ਲੱਗੇ ਆ। ਇੱਕ ਹੋਰ ਦੱਸਾਂ, ਮੈਨੂੰ 4-5 ਉਧਰੋਂ ਕੁੜੀਆਂ ਦੇ ਫੋਨ ਆਏ, ਵੀਡੀਓ ਕਾਲ। ਮੈਂ ਕਿਹਾ ਜੀ ਹਾਂ ਭੈਣ ਜੀ ਦੱਸੋ ਕੀ ਗੱਲ ਹੈ। ਨਹੀਂ ਵੱਡੇ ਭਾਜੀ ਸਾਡੀ ਨਾ ਇੱਦਾਂ ਸਾਡਾ ਮਸਲਾ ਚੱਲਦਾ ਪਿਆ ਤੇ ਮੈਂ ਤੇ ਉਹਨੂੰ 4 ਵਾਰੀ ਬੁਲਾਉਣ ਦੀ ਕੋਸ਼ਿਸ਼ ਕੀਤੀ, ਬੁਲਾ ਨਹੀਂ ਸਕੀ ਤੇ ਉਹਨਾਂ ਨੇ ਮੈਨੂੰ ਤੁਹਾਡਾ ਨਾਂ ਲੈ ਲਿਆ। ਵੇਖੋ ਕਹਿੰਦੀ ਆਹ ਟੀਵੀ ਵੇਖ ਲਓ, ਮੈਂ ਤੁਹਾਡਾ ਹੀ ਸ਼ੋਅ ਵੇਖਣ ਦਈ ਹਾਂ, ਇੱਥੋਂ ਮੈਂ ਤੁਹਾਡਾ ਨੰਬਰ ਲਿਆ, ਨੰਬਰ ਲੈ ਕੇ ਤੁਹਾਨੂੰ ਫੋਨ ਕਰਦੀ ਪਈ ਹਾਂ। ਕਿਰਪਾ ਕਰਕੇ ਨਾ ਮੈਨੂੰ ਕੁਝ ਕਰਨ ਤੋਂ ਪਹਿਲਾਂ ਪੁੱਛ ਲਿਓ ਕਿ ਮੈਂ ਕੁਝ ਕੀਤਾ ਵੀ ਹੈ ਮਾੜਾ ਕਿ ਨਹੀਂ ਕੀਤਾ। ਮੈਂ ਕਿਹਾ ਦੇਖ ਬੇਟਾ ਸਿੰਪਲ ਜੀ ਗੱਲ ਹੈ, ਜਿਹੜਾ ਕਲਾਇੰਟ ਮੈਨੂੰ ਪਹਿਲਾਂ ਹਾਇਰ ਕਰੇਗਾ ਔਰ ਉਹਦੀ ਗੱਲ 'ਚ ਸੱਚਾਈ ਹੋਏਗੀ, ਮੈਂ ਉਹਦੇ ਤੇ ਪਹਿਰਾ ਦਊਂਗਾ। ਜੇ ਉਹ ਹੋਏਗਾ ਗਲਤ ਤੇ ਮੈਂ ਉਹਨੂੰ ਘਰੋਂ ਕੱਢ ਦਾਂਗਾ, ਮੈਂ ਉਹਦਾ ਕੇਸ ਨਹੀਂ ਲੈਂਦਾ। ਤੇ ਜੇ ਤੂੰ ਗਲਤ ਹੈ ਤੂੰ ਜ਼ਰੂਰ ਡਰ, ਤੇ ਜੇ ਤੈਨੂੰ ਜ਼ਿਆਦਾ ਡਰ ਲੱਗਦਾ ਤੇ ਪਹਿਲਾਂ ਤੂੰ ਫੀਸ ਦੇ ਤੂੰ ਪਹਿਲਾਂ ਫੀਸ ਦੇ ਕੇ ਤੂੰ ਮੈਨੂੰ ਬੁੱਕ ਕਰ ਲੈ ਕਿ ਮੈਂ ਤੇਰਾ ਕੇਸ ਲੜ ਲੂੰ ਇੰਡੀਆ ਬੈਠਾ। ਤੇ ਮੇਰੇ ਕੋਲ ਉਹ ਟੈਕਨੀਕ ਹੈ, ਮੈਨੂੰ ਉਹ ਨੌਲੇਜ ਹੈ, ਮੈਨੂੰ ਉਹ ਤਰੀਕੇ ਪਤਾ ਨੇ ਜਿਹਦੇ ਤੇ ਮੈਂ ਉਹ ਕੇਸ ਲੜ ਸਕਦਾ। ਮਤਲਬ ਲੜਨ ਦਾ ਮਤਲਬ ਮੈਂ ਪੈਰਵਾਈ ਕਰ ਸਕਦਾ। ਪੈਰਵਾਈ ਕਰਨੀ ਹੈ, ਜਿੱਤ ਹਾਰ ਤੇ ਪ੍ਰਮਾਤਮਾ ਨੇ ਦੇਣੀ ਹੈ, ਉਹਦੇ 'ਚ ਮੇਰਾ ਕੋਈ ਰੋਲ ਨਹੀਂ ਹੈ। ਵਕੀਲ ਸਾਹਿਬ ਇੱਕ ਤੁਸੀਂ ਮੂਸੇ ਜਟਾਣਾ ਨੂੰ ਜਾਣਦੇ ਹੋ? ਮੂਸੇ ਜਟਾਣਾ ਮੈਂ ਨਹੀਂ ਜਾਣਦਾ। ਮੈਂ ਤੁਹਾਡੀ ਨੌਲੇਜ ਵਾਸਤੇ ਦੱਸ ਦੇਵਾਂ, ਮੂਸੇ ਜਟਾਣਾ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਫੈਨ ਹੋਈ। ਆਸਟ੍ਰੇਲੀਆ ਰਹਿੰਦੀ ਸੀ ਉਹ। ਅੱਛਾ ਜੀ। ਉਸ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲੇ ਦੀ ਫੈਨ ਹੋ ਕੇ ਉਹ ਫੇਮਸ ਨਹੀਂ ਹੋ ਸਕੀ। ਉਹ ਵੀ ਫੇਮ ਭਾਲਦੀ ਸੀ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਫੇਮ ਭਾਲਦੇ ਹੋ, ਉਹ ਵੀ ਫੇਮ ਭਾਲਦੀ ਸੀ ਤੇ ਉਸ ਨੂੰ ਫੇਮ ਨਹੀਂ ਮਿਲਿਆ। ਉਸ ਤੋਂ ਬਾਅਦ ਉਹ ਦਿੱਲੀ ਧਰਨੇ ਦੇ ਵਿੱਚ ਆਉਂਦੀ ਹੈ, ਸਿੱਧੂ ਮੂਸੇਵਾਲੇ ਦੇ ਖਿਲਾਫ ਬੋਲਦੀ ਹੈ, ਜਿੱਥੋਂ ਉਹਨੂੰ ਫੇਮ ਮਿਲਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਦੇ ਉੱਤੇ ਗੰਦੀਆਂ ਗਾਲਾਂ ਕੱਢ ਕੇ ਲਾਈਵ ਹੁੰਦੀ ਹੈ। ਉਹ ਲਾਈਵ ਲੋਕਾਂ ਨੇ ਪਾ ਦਿੱਤਾ ਜਾਂਦਾ, ਜਿਹਦੇ ਵਿੱਚੋਂ ਉਹ ਲਾਈਵ ਚੱਕ ਕੇ ਮਿਊਜ਼ੀਕਲ ਹੰਟਰਸ ਰੈਕਡ ਦੀ ਟੀਮ ਆਪਣੇ ਚੈਨਲ ਤੇ ਪਬਲਿਸ਼ ਕਰਦੀ ਹੈ ਅਤੇ ਲਾਸਟ ਦੇ ਵਿੱਚ ਇਹ ਬੋਲਦੀ ਹੈ ਕਿ ਇਹ ਪੰਜਾਬੀ ਕੁੜੀ ਪੰਜਾਬੀ ਹੋਣ ਦੇ ਨਾਤੇ ਇਹਨੂੰ ਇੰਨਾ ਗੰਦ ਨਹੀਂ ਬੋਲਣਾ ਚਾਹੀਦਾ, ਕਿ ਇਹ ਸਾਡਾ ਸਮਾਜ ਨਹੀਂ ਹੈ, ਇਹ ਸਾਡਾ ਸਮਾਜ ਸਾਨੂੰ ਇਜਾਜ਼ਤ ਨਹੀਂ ਦਿੰਦਾ, ਖਾਸ ਕਰਕੇ ਸਾਡਾ ਪੰਜਾਬ, ਕਿਉਂਕਿ ਸਾਡੇ ਪੰਜਾਬ ਦੀ ਜਿਹੜੀ ਹਿਸਟਰੀ ਹੈ ਇੱਕ ਵਿਲੱਖਣ ਹੈ, ਇੱਕ ਵੱਖਰੀ ਹੈ, ਹੈ ਨਾ। ਅਸੀਂ ਇੱਕ ਵਧੀਆ ਵਾਰੀਅਰ ਕੌਮ ਹੈ, ਵੀ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜਾਂ ਤਾਂ ਠੀਕ ਹੈ। ਉਸ ਤੋਂ ਬਾਅਦ ਉਹ ਕੁੜੀ ਮਿਊਜ਼ੀਕਲ ਹੰਟਰਸ ਰੈਕਡ ਚੈਨਲ ਦੇ ਉੱਤੇ ਕੇਸ ਕਰਦੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ। ਅੱਛਾ ਜੀ। ਠੀਕ ਹੈ ਜੀ। ਕੀ ਇਹ ਕੇਸ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਉਹਨੂੰ ਕੇਸ ਕਰਨਾ ਚਾਹੀਦਾ ਸੀ? ਦੇਖੋ ਮੈਂ ਉਹਦੇ ਤੇ ਟਿੱਪਣੀ ਨਹੀਂ ਕਰ ਸਕਦਾ। ਹਾਂ ਤੁਸੀਂ ਮੈਨੂੰ ਕੇਸ ਦੇ ਕਾਗਜ਼ ਪੜ੍ਹਾ ਦਿਓ ਤੇ ਜੇ ਉਹਨੇ ਗਲਤ ਕੇਸ ਪਾਇਆ ਤਾਂ ਪੁੱਠੀ ਟੰਗ ਦੂੰ। ਅੱਛਾ। ਦੇਖੋ ਮੈਂ ਤੇ ਬੰਦਾ ਹੋਰ ਕਿਸਮ ਦਾ। ਜੇ ਤੁਸੀਂ ਗਲਤੀ ਕੀਤੀ ਹੈ ਤੇ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਇਹਨੂੰ ਮਾਫੀ ਮੰਗ ਕੇ ਜਾਂ ਇਹਨੂੰ ਜਿੱਦਾਂ ਵੀ ਕਲੋਜ਼ ਹੁੰਦਾ ਆਪਣੀ ਪੀਸ ਆਫ ਮਾਈਂਡ ਬਾਏ ਕਰੋ ਤੇ ਉਹਨੂੰ ਖਤਮ ਕਰੋ। ਜੇ ਤੁਸੀਂ ਗਲਤ ਨਹੀਂ ਹੋ, ਤੁਸੀਂ ਜੇ ਉਹਨੇ ਉਹ ਗਾਲਾਂ ਪਾਈਆਂ ਤੇ ਉਹ 50 ਚੈਨਲਾਂ ਤੇ ਚਲਦੀਆਂ ਪਈਆਂ, ਤੁਸੀਂ ਉਹਦੇ 'ਚ ਕੋਈ ਐਡੀਟਿੰਗ ਨਹੀਂ ਕੀਤੀ, ਠੀਕ, ਔਰ ਤੁਸੀਂ ਜਿਹੜੇ ਵੀ ਸੋਸ਼ਲ ਮੀਡੀਆ ਦੇ ਪ੍ਰੋਟੋਕੋਲ ਨੇ ਉਹਨੂੰ ਭੰਗ ਨਹੀਂ ਕੀਤਾ ਤੇ ਤੁਸੀਂ ਉਸ ਤੋਂ ਬਾਅਦ ਆਪਣਾ ਓਪੀਨੀਅਨ ਦਿੱਤਾ ਹੈ ਤੇ ਮੇਰੇ ਖਿਆਲ ਨਾਲ ਉਹ ਗਲਤ ਨਹੀਂ ਹੈ, ਕਿਸੇ ਤਰ੍ਹਾਂ ਦੀ ਗੈਰ ਕਾਨੂੰਨੀ ਕਿਤਾਬ 'ਚ ਨਹੀਂ ਆਉਂਦਾ।
ਪਰ ਫਿਰ ਵੀ ਮੈਂ ਇੱਕ ਟਿੱਪਣੀ ਹਲੇ ਕੱਚੇ ਤੌਰ ਤੇ ਕਰ ਰਿਹਾ। ਕਾਗਜ਼ ਦੇਖ ਕੇ ਮੈਂ ਤੁਹਾਨੂੰ ਪੱਕੀ ਠੱਪਾ ਲਾ ਦੂੰ। ਮੇਰੀ ਰੱਬ ਕੋ ਡਰ ਕੇ ਕਹਿਣਾ ਕਿ ਜੋ ਓਪੀਨੀਅਨ ਅੱਜ ਤੱਕ ਜਿਹਨੂੰ ਦਿੱਤਾ, ਪਲਾਨ A, ਪਲਾਨ B, ਪਲਾਨ C, ਮੈਂ KBC ਖੇਡਦਾ, 3 ਆਪਸ਼ਨਾਂ ਦਿੰਦਾ, ਉਹਨਾਂ ਤਿੰਨਾਂ ਚੋਂ ਹੀ ਜਵਾਬ ਹੁੰਦਾ ਹੈ ਔਰ ਉਹੀ ਸਹੀ ਹੁੰਦਾ ਹੈ। ਨਹੀਂ ਉਹਦੇ ਚ ਤਾਂ ਦੇਖੋ ਕਾਗਜ਼ ਦੇਖਣ ਦੀ ਲੋੜ ਨਹੀਂ, ਉਹ ਤਾਂ ਸਿੰਪਲ ਇੱਕ ਵੀਡੀਓ ਹੈ। ਨਹੀਂ ਵੀਡੀਓ ਹੈ। ਉਸ ਤੋਂ ਬਾਅਦ ਜਿਹੜਾ ਉਹਨੇ ਹਾਈ ਕੋਰਟ 'ਚ ਕੇਸ ਕੀਤਾ, ਜਿਵੇਂ ਤੁਸੀਂ ਕਹਿੰਦੇ ਹੋ ਹਾਈ ਕੋਰਟ ਨਹੀਂ ਕੀਤਾ ਹੋਏਗਾ, ਉਹਨੇ ਉੱਥੋਂ ਦੀ ਕਿਸੇ ਸੈਸ਼ਨ ਕੋਰਟ 'ਚ ਕੀਤਾ ਹੋਏਗਾ। ਸੈਸ਼ਨ ਕੋਰਟ ਨਹੀਂ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਨੇ ਐਪਲੀਕੇਸ਼ਨ ਹਾਈ ਕੋਰਟ 'ਚ ਲਾਈ ਸੀ। ਉਹਨੇ ਸਭ ਤੋਂ ਪਹਿਲਾਂ ਜਿਹੜਾ ਸਾਈਬਰ ਕ੍ਰਾਈਮ ਦਾ ਉੱਥੇ ਬਣਿਆ ਹੋਇਆ ਸਾਈਬਰ ਕ੍ਰਾਈਮ ਸੈੱਲ ਬਣਿਆ ਹੋਇਆ, ਉਹਦੇ 'ਚ ਕੇਸ ਕੀਤਾ। ਉਦੋਂ ਬਾਅਦ ਉਹਨੇ ਐਪਲੀਕੇਸ਼ਨ ਲਾਈ ਆ ਹਾਈ ਕੋਰਟ ਦੇ ਵਿੱਚ। ਅੱਛਾ, ਉਹਨੇ ਸਾਈਬਰ ਕ੍ਰਾਈਮ ਐਕਸ਼ਨ ਨਹੀਂ ਲੈ ਰਿਹਾ, ਇਸ ਕਰਕੇ ਸੈਕਸ਼ਨ 482 ਦੀ ਉਹਨੇ ਮਾਨਯੋਗ ਹਾਈ ਕੋਰਟ ਅੱਗੇ ਅਪੀਲ ਲਾਈ ਹੈ ਕਿ ਸਾਈਬਰ ਕ੍ਰਾਈਮ ਨੂੰ ਡਾਇਰੈਕਟ ਕਰੋ ਕਿ ਉਹ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਤੇ ਸਾਨੂੰ ਜਵਾਬ ਦੇਵੇ। ਤੇ ਜੇ ਆਪਾਂ ਮੰਨ ਲਓ ਮਿਊਜ਼ੀਕਲ ਹੰਟਰਸ ਨੇ ਉਹ ਵੀਡੀਓ ਪਾਈ, ਅਸੀਂ ਤੇ ਆਪ ਲੈ ਜਾਾਂਗੇ ਆਪਣੀ ਵੀਡੀਓ। ਅਸੀਂ ਤੇ ਸਾਈਬਰ ਕ੍ਰਾਈਮ ਨੂੰ ਆਪ ਦੇ ਦਿੰਦੇ ਜਾ ਕੇ ਕਿ ਹਾਂਜੀ ਅਸੀਂ ਲਿਖੀ ਹੈ ਜੀ, ਪਾਈ ਹੈ ਜੀ, ਇਹ 'ਚ ਕਿਹੜੀ ਗਲਤੀ ਕੀਤੀ ਉਹਦੀ ਮਾਫੀ ਮੰਗਣ ਨੂੰ ਤਿਆਰ ਆ। ਨਹੀਂ ਕੀਤੀ ਤੇ ਜਿੰਨੇ ਗੰਦ ਬੋਲਿਆ ਉਹਦੇ ਖਿਲਾਫ ਤੇ ਪਰਚਾ ਪੱਕਾ ਹੀ ਬਣਦਾ। ਪੱਕਾ ਬਣਦਾ। ਫਿਰ ਜਿਹੜੇ ਹੁਣ ਮਿਊਜ਼ੀਕਲ ਹੰਟਸ ਰੈਕਡ ਦੀ ਟੀਮ ਜਿਹੜੇ ਵਕੀਲ ਹਾਇਰ ਕਰ ਰਹੀ ਹੈ, ਪੈਸੇ ਲਾ ਰਹੀ ਹੈ, ਉਹਦਾ ਪੈਸਾ ਵੀ ਉਸ ਤੋਂ ਬਾਅਦ ਚੈਨਲ ਦੇ ਉੱਤੇ ਉਸ ਨੇ ਸਟ੍ਰਾਈਕ ਮਰਵਾਈ ਆ, ਉਹਦਾ ਵੀ ਬੜਾ ਜਿਹੜਾ ਘਾਟਾ ਪਿਆ ਚੈਨਲ ਨੂੰ, ਹੈ ਨਾ। ਤੇ ਚੈਨਲ ਪਿੱਛੇ ਨੂੰ ਗਿਆ ਕਿਉਂਕਿ YouTube ਨੂੰ ਵੀ ਪਤਾ ਲੱਗਿਆ ਕਿ ਇਹਦੇ ਉੱਤੇ ਕੇਸ ਹੋਇਆ, ਉਹ ਵੀ ਫਿਰ ਉਸ ਚੀਜ਼ ਨੂੰ ਮਤਲਬ ਕਿ ਉਹ ਕਰਦਾ ਹੈ, ਉਹਦਾ ਘਾਟਾ ਵੀ ਹੋਇਆ। ਉਹ ਚੀਜ਼ਾਂ ਦਾ ਇੱਥੇ ਧੱਕਾ ਤਾਂ ਫਿਰ ਚੈਨਲ ਨਾਲ ਵੀ ਹੋ ਰਿਹਾ। ਤੁਸੀਂ ਧੱਕੇ ਦੀ ਗੱਲ ਕਰਦੇ ਹੋ ਕਿ ਜਿਹਦੇ ਨਾਲ ਧੱਕਾ ਹੋਊਗਾ ਵੀ ਉਹਦੇ ਨਾਲ ਅਸੀਂ ਖੜਾਂਗੇ, ਫਿਰ ਇੱਥੇ ਚੈਨਲ ਨਾਲ ਵੀ ਧੱਕਾ ਹੋ ਰਿਹਾ ਜੋ ਕੁੜੀ ਵੱਲੋਂ ਕੀਤਾ ਜਾ ਰਿਹਾ। ਤੁਹਾਡੇ ਜਿੰਨੀ ਰਿਕਵਰੀ ਬਣਦੀ ਹੈ ਉਹ ਰਿਕਵਰੀ ਦਾ ਕੇਸ ਬਣੇਗਾ, ਮਲੇਸ਼ੀਅਸ ਪ੍ਰੋਸੀਕਿਊਸ਼ਨ ਦਾ ਕੇਸ ਬਣੇਗਾ, ਤੇ ਜਿੰਨੇ ਕਰੋੜ ਰੁਪਏ ਤੁਹਾਡੇ ਘਾਟੇ 'ਚ ਜਾਣੇ ਆ ਉਹ ਨੋਟ ਕਰੀ ਜਾਓ, ਠੀਕ ਹੈ ਜੀ। ਪ੍ਰਪੋਜ਼ਡ ਇਨਕਮ CA ਦੀਆਂ ਰਿਪੋਰਟਾਂ ਲਾ ਕੇ ਚੱਕੀ ਪੀਸਿੰਗ ਐਂਡ ਪੀਸਿੰਗ ਖਿੱਚ ਲਾਂਗੇ ਜਿਹੜਾ ਗਲਤ ਬੰਦਾ ਆ ਹੈਗਾ। ਔਰ ਅਗਲੀ ਗੱਲ ਦੱਸਾਂ, ਤੁਸੀਂ ਕੇਸ ਉਰੋਂ ਕਰਨਾ ਹੈ। ਅੱਛਾ, ਤੁਸੀਂ ਦਿੱਲੀ ਜਾ ਕੇ ਨਹੀਂ ਕਰਨਾ। ਮੈਂ ਦਿੱਲੀ ਇੱਥੇ ਹੋ ਗਿਆ, ਜੁਰਿਡਿਕਸ਼ਨ ਉਰੇ ਦੀ ਬਣੂਗੀ। ਇੱਕ ਗੇੜੇ ਦਾ 10,000 ਰੁਪਇਆ ਲੱਗਦਾ ਤੇ ਆਪਾਂ ਉਧਰੋਂ ਲਵਾਵਾਂਗੇ ਨਾ। ਫਿਰ ਤੁਹਾਡੀ ਜੁਰਿਡਿਕਸ਼ਨ ਬਣਦੀ ਹੈ ਜਿੱਥੇ ਤੇ ਤੁਸੀਂ ਰਹਿੰਦੇ ਹੋ, ਜਾਂ ਵੱਧ ਤੋਂ ਵੱਧ ਚੰਡੀਗੜ੍ਹ, ਤੇ ਤੁਹਾਡੇ ਕੇਸ ਉਰੋਂ ਹੋਣਗੇ ਜਾਂ ਮੋਹਾਲੀਓਂ। ਬਿਲਕੁਲ, ਤੇ ਅਸੀਂ ਉਹਦੇ ਖਿਲਾਫ ਕਰਦੇ ਹਾਂ ਜੋ ਤੁਹਾਡਾ ਲੀਗਲ ਰਾਈਟ ਬਣਦਾ ਕੇਸ ਪੜ੍ਹਨ ਤੋਂ ਬਾਅਦ। ਮਿਊਜ਼ੀਕਲ ਹੰਟਰ ਨਹੀਂ ਕਿਸੇ ਵੀ ਭੈਣ ਭਰਾ ਨੂੰ ਕਹਿਣਾ, ਜੇ ਕੋਈ ਬੰਦਾ ਤੁਹਾਡੇ ਖਿਲਾਫ ਚੱਲਦਾ ਹੈ ਔਰ ਉਹਦੀ ਨੀਤ ਮਾੜੀ ਉਹਦੇ 'ਚ, ਉਸ ਕੋਰਟ ਕੇਸ ਨੂੰ ਕਹਿੰਦੇ ਨੇ ਮਲੇਸ਼ੀਅਸ ਪ੍ਰੋਸੀਕਿਊਸ਼ਨ ਪਲੱਸ ਕ੍ਰਿਮੀਨਲ ਡੈਫੇਮੇਸ਼ਨ। ਸੋ ਉਹ ਕੇਸ ਬਣਦੇ ਆ, ਉਹਦੇ ਵਿੱਚ ਉਹਦੀ ਜੋ ਵੀ ਕੋਰਟ ਫੀਸ ਲਾ ਕੇ ਤੇ ਸਮਨਿੰਗ ਇੱਧਰੋਂ ਵੀ ਉੱਧਰ ਜਾਏਗੀ, ਕੋਈ ਐਸੀ ਗੱਲ ਨਹੀਂ। ਔਰ ਤੁਸੀਂ ਆਪਣੇ ਭੈਣ ਭਰਾਵਾਂ ਕੋਲੋਂ, ਆਪਣੇ ਦੋਸਤਾਂ ਕੋਲੋਂ ਉਹਨੇ ਗਾਲਾਂ ਕੱਢੀਆਂ ਸੋਸ਼ਲ ਮੀਡੀਆ ਤੇ ਆ ਕੇ, ਉਹਦੇ ਖਿਲਾਫ 354 ਵੀ ਬਣਦੀ ਹੈ ਔਰ 13 ਜਿਹੜਾ ਹੈਗਾ ਪ੍ਰੋਟੈਕਸ਼ਨ ਆਫ ਵੂਮਨ ਇੱਕ ਐਕਟ ਹੈਗਾ, ਪ੍ਰੋਟੈਕਸ਼ਨ ਆਫ ਵੂਮਨ ਪ੍ਰੋਹੀਬਿਸ਼ਨ ਐਕਟ, ਹੈ ਨਾ, ਸਮਥਿੰਗ ਲਾਈਕ ਦਿਸ, ਉਹ ਵੂਮਨ ਐਕਟ 'ਚ ਆਉਂਦਾ ਹੈ। ਇੱਕ ਔਰਤ ਕਿਸੇ ਔਰਤ ਬਾਰੇ ਜੇ ਗਲਤ ਗੱਲ ਬੋਲੇ, ਉਹਨੇ ਹੁਣ ਗਾਲਾਂ ਦੀ ਸ਼ਬਦਾਵਲੀ ਕੀ ਵਰਤੀ ਹੈ, ਉਹ ਗਾਲਾਂ ਦੀ ਸ਼ਬਦਾਵਲੀ ਨੂੰ ਨੋਟ ਕਰਕੇ ਉਹਦੇ ਤੇ ਜਿਹੜਾ ਐਕਟ ਲੱਗਦਾ ਹੋਏਗਾ ਉਹ ਐਕਟ ਲਾ ਕੇ ਉਹਦੇ ਤੇ ਇੱਥੇ ਆਪਾਂ ਕੰਪਲੇਂਟ ਪਾਉਂਦੇ ਹਾਂ। ਅਸਲ ਦੇ ਵਿੱਚ ਉਸ ਨੇ ਜਿਹੜਾ ਚੱਲਦਾ ਬਿਗ ਬੌਸ, ਉਹਦੇ ਕਰਕੇ ਨਾ ਕਈ ਹਰ ਵਾਰ ਜਦੋਂ ਬਿਗ ਬੌਸ ਚਲਾਉਣਾ ਹੁੰਦਾ ਨਾ, ਕੰਟਰੋਵਰਸੀਆਂ ਪੈਦਾ ਹੁੰਦੀਆਂ ਨੇ। ਉਹਨੂੰ ਚੈਨਲ ਨਾਲ ਕੋਈ ਮਤਲਬ ਨਹੀਂ ਸੀ, ਉਹਨੂੰ ਮਤਲਬ ਸੀ ਫੇਮ ਨਾਲ। ਉਹ ਫੇਮ ਹੋ ਕੇ ਬਿਗ ਬੌਸ 'ਚ ਜਾਣਾ ਚਾਹੁੰਦੀ ਸੀ, ਜੋ ਉਹਦਾ ਸੁਪਨਾ ਪੂਰਾ ਹੋ ਚੁੱਕਿਆ, ਪਹੁੰਚ ਗਈ ਉਹ ਬਿਗ ਬੌਸ 'ਚ। ਪਤਾ ਨਹੀਂ ਭਾਜੀ ਇਹਦੇ ਬਾਰੇ, ਮੈਂ ਉਹਨੂੰ ਜਾਣਦਾ ਨਹੀਂ, ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ, ਪਰ ਮੈਂ ਤੇ ਕਾਨੂੰਨੀ ਪੱਖ ਤੁਹਾਡੇ ਸਿਕਿਉਰ ਕਰ ਸਕਦਾ। ਜੇ ਉਹਨੇ ਕੋਈ ਇਹੋ ਜਿਹੀਆਂ ਹਰਕਤਾਂ ਕੀਤੀਆਂ ਤਾਂ ਡੈਫੀਨੇਟਲੀ ਆਪਾਂ ਕਰਾਂਗੇ ਉਹਦੇ 'ਤੇ ਜੋ ਕਾਰਵਾਈ। ਜੇ ਤੁਸੀਂ ਉਹ ਵੀ ਮੈਨੂੰ ਇੰਗੇਜ ਕਰੋਗੇ, ਮੇਰਾ ਵਕਾਲਤਨਾਮਾ ਸਾਈਨ ਕਰੋਗੇ, ਉਸ ਤੋਂ ਬਾਅਦ ਮੂੰਹ ਜ਼ਬਾਨੀ ਉਹ ਵੀ ਮੈਂ ਕੁਛ ਨਹੀਂ ਕਰਦਾ। ਓਕੇ ਜੀ, ਓਕੇ। ਤੇ ਹੁਣ ਆਪਾਂ ਜੇ ਲਾਡੀ ਦੇ ਕੇਸ ਦੀ ਗੱਲ ਕਰੀਏ, ਲਾਡੀ ਦਾ ਪਰਿਵਾਰ ਕੀ ਮਤਲਬ ਕਿੱਥੇ, ਉਹਨਾਂ ਨੂੰ ਕਿੰਨੀ ਤਸੱਲੀ ਹੈ, ਉਹ ਕਿੱਥੇ ਬੈਠਾ ਹੈ? ਦੇਖੋ, ਲਾਡੀ ਦੇ ਪਰਿਵਾਰ ਨੇ ਕੋਈ ਵੀ ਨੈਗੇਟਿਵ ਬਿਆਨ ਅੱਜ ਤੱਕ ਨਹੀਂ ਦਿੱਤਾ, ਨਾ ਲਾਡੀ ਦੇ ਵਕੀਲਾਂ ਨੇ ਦਿੱਤਾ ਹੈ। ਨਾ ਉਹ ਤਾਂ ਚਲੋ ਲਾਡੀ ਦੇ ਵਕੀਲ ਦਾ ਜਦੋਂ ਬੋਲਦੇ ਨੇ, ਉਹ ਤਾਂ ਕਿਉਂਕਿ ਤੁਹਾਡੇ ਤੇ ਕੈਮਰੇ ਹੀ ਇੰਨੇ ਟਿਕੇ ਹੋਏ ਨੇ, ਅੱਖਾਂ ਹੀ ਇੰਨੀਆਂ ਟਿਕੀਆਂ ਹੋਈਆਂ ਨੇ, ਸ਼ਾਇਦ ਮੈਨੂੰ ਲੱਗਦਾ ਘਰੇ ਵੀ ਰੋਟੀ ਮੰਗਣ ਵੇਲੇ ਤੁਸੀਂ ਸੋਚਦੇ ਹੋਵੋਗੇ ਵੀ ਕਿਤੇ ਕੈਮਰਾ ਤਾਂ ਨਹੀਂ ਲੱਗਿਆ ਉਹਨਾਂ ਪਰ। ਭਾਜੀ 300 ਕਾਲਾਂ ਰੋਜ਼ ਦੀਆਂ। ਹਾਂ ਬਿਲਕੁਲ। ਮੈਨੂੰ ਇਹੋ ਜਿਹੀ ਮੇਰੀਆਂ ਵੱਡੀਆਂ ਭੈਣਾਂ ਦੇ, ਮੇਰੀ ਮਾਵਾਂ ਦੇ ਫੋਨ ਆਏ ਨੇ ਕਿ ਪੁੱਤ ਤੈਨੂੰ ਅਰਦਾਸ 'ਚ ਯਾਦ ਰੱਖਦੀਆਂ ਮੈਂ, ਤੇ ਤੇਰੇ ਵਰਗਾ ਪੁੱਤ ਘਰ ਘਰ ਜੰਮੇ। ਮੈਂ ਉਹਨਾਂ ਨੂੰ ਵੀ ਧੰਨਵਾਦ ਦੇਣਾ ਚਾਹੁੰਦਾ ਕਿ ਇੰਨਾ ਪਿਆਰ ਦੇਣ ਲਈ। ਫਿਰ ਕਈ ਜਾਣੇ ਨੇ ਵੀ ਕਿਹਾ ਮੈਂ ਤੇਰੇ ਲਈ ਚੀਜ਼ੀ ਲੈ ਕੇ ਆਉਣੀ ਆਉਂਦੀ ਹੈ। ਮੈਨੂੰ ਬੜੀ ਖੁਸ਼ੀ ਮਿਲਦੀ ਹੈ, ਭਾਵੇਂ ਇੱਕ ਟੌਫੀ ਆਏਗੀ, ਉਹ ਇੱਕ ਐਡਾ ਵੱਡਾ ਆਸ਼ੀਰਵਾਦ ਨਾਲ ਆਉਣੀ ਹੈ, ਉਹਦੀ ਤਾਕਤ ਬੜੀ ਵੱਡੀ ਹੋਣੀ ਹੈ। ਸੋ ਨੈਗੇਟਿਵ ਵੀ ਬੋਲਣ ਵਾਲੇ ਨੇ, ਪਰ ਜੇ ਮੈਂ ਕਹਾਂ ਲੱਖ ਵਿਊ, ਲੱਖ
ਕਮੈਂਟ ਨੇ ਨਾ ਹਾਂਜੀ ਤੇ 3 ਨੈਗੇਟਿਵ ਨੇ। ਉਹ 3 ਉਹੀ ਨੇ ਜਿਹੜੇ ਬੇਅੰਤ ਕੌਰ ਵਰਗੇ ਪਰਿਵਾਰ ਨੇ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕਿ ਮਿਸਟਰ ਮੱਲਨ ਵਿਲ ਸੈਟਲ ਏ ਪ੍ਰੈਸੀਡੈਂਟ। ਇਹ ਵਾਅਦਾ ਕਰਦਾ ਤੁਹਾਨੂੰ, ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਅੱਜ ਛੋਟਾ ਜਿਹਾ ਕਿ ਅਸੀਂ ਵਕੀਲਾਂ ਤੇ ਇੱਕ ਗਾਣਾ ਵੀ ਬਣਾ ਲਿਆ। ਅੱਛਾ ਵਕੀਲਾਂ ਤੇ ਬਣਾਇਆ ਜਾਂ ਕਿਸੇ ਦੇ ਮਤਲਬ ਕਿ ਕਿਸੇ ਨੂੰ ਜਿਵੇਂ ਅਕਸਰ ਹੀ ਤੁਹਾਡੇ ਤੇ ਵੀ ਹੁੰਦੇ ਰਹਿੰਦੇ ਨੇ ਨਾ ਇਦਾਂ ਦੀਆਂ ਗੱਲਾਂ ਬਾਤਾਂ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਨੇ, ਕਿਸੇ ਨੂੰ ਸਪੈਸ਼ਲੀ ਮਾਈਂਡ 'ਚ ਰੱਖ ਕੇ ਬਣਾਇਆ ਜਾਂ ਤੁਸੀਂ ਵੈਸੇ ਹੀ ਮਤਲਬ ਕਿ ਇੱਕ ਸ਼ੌਕ ਨੂੰ ਜਾਂ ਕ੍ਰਿਮੀਨਲਸ ਨੂੰ ਮਾਈਂਡ 'ਚ ਰੱਖ ਕੇ ਬਣਾਇਆ, ਓਕੇ ਔਰ ਉਹਨਾਂ ਲੋਕਾਂ ਨੂੰ ਮਾਈਂਡ 'ਚ ਰੱਖ ਕੇ ਬਣਾਇਆ ਜਿਹੜੇ ਬੰਦੇ ਵਕੀਲ ਨੂੰ ਵਕੀਲ ਨਹੀਂ ਸਮਝਦੇ ਜਾਂ ਕੋਈ ਮਜ਼ਾਕ ਉਡਾਉਂਦੇ ਨੇ। ਤੇ ਅਸੀਂ ਇਸੇ ਕਰਕੇ ਕਹਿੰਦੇ ਹਾਂ ਸੱਚ ਆ ਕਿ ਕਾਲਾ ਕੋਟ ਐਵੇਂ ਅਸੀਂ ਪਾਇਆ ਨਹੀਂ, ਅੱਛਾ ਵਾਈਟ ਕਾਲਰ ਹੈ ਜੋ ਜੌਬ ਕਿਤੇ ਦਾਗ ਵੀ ਲਵਾਇਆ ਨਹੀਂ, ਠੀਕ ਹੈ ਜੀ, ਜ਼ੁਲਮ ਨਾਲ ਲੜਦੇ ਆ, ਵੈਰੀਆਂ ਨਾਲ ਅੜਦੇ ਆ, ਵੱਡੇ ਵੱਡੇ ਪੈਰਾਂ ਭਾਰ ਬਹਿ ਜਾਂਦੇ ਵੱਡੇ ਵੱਡੇ ਸੂਰਮੇ ਵਕੀਲ ਸਾਹਿਬ ਜਿੱਥੇ ਜਾ ਕੇ ਖੜ ਜਾਂਦੇ ਨੇ। ਸੋ ਬੋਲਨੇ ਪੂਰੇ ਮੇਰੇ ਜੂਨੀਅਰ ਐਡਵੋਕੇਟ ਅਭਿਸ਼ੇਕ ਮਲਹੋਤਰਾ ਉਹਨੇ ਗਾਇਆ, ਮੇਰਾ ਇੱਕ ਹੋਰ ਜੂਨੀਅਰ ਹੈ ਉਹਨੇ ਉਹਨੂੰ ਲਿਖਿਆ। ਆਈਡੀਓਲੋਜੀ ਸਾਡੇ ਸਾਰੇ ਟੀਮ ਦੀ ਲੱਗੀ ਹੈ ਵੀ ਅਸੀਂ ਇਹਦੇ 'ਚ ਕੀ ਪਾਉਣਾ ਚਾਹੁੰਦੇ ਹਾਂ, ਔਰ ਆਡੀਓ ਹਲੇ ਬਣਦੀ ਪਈ ਹੈ, ਕੁਛ ਹੱਦ ਤੱਕ ਬਣ ਗਈ ਹੈ, ਉਹਦੀ ਟੈਸਟਿੰਗ ਚੱਲਦੀ ਪਈ ਹੈ, ਫਿਰ ਵੀਡੀਓ ਬਣੇਗੀ ਔਰ ਜਲਦੀ ਹੀ ਅਸੀਂ ਉਹ ਇੱਕ ਗਾਣਾ ਜਵਾਬ ਦੇ ਤੌਰ ਤੇ, ਕਈਆਂ ਦੇ ਜਵਾਬ ਦੇ ਤੌਰ ਤੇ ਕਦੋਂ ਕਿਸੇ ਵਧੀਆ ਮੂਵਮੈਂਟ ਤੇ ਹੀ ਦੇਵਾਂਗੇ। ਇਹ ਗਾਣਾ ਆ ਰਿਹਾ ਹੈ, ਕਿਸੇ ਸਪੈਸ਼ਲੀ ਕਿਸੇ ਕਲਾਕਾਰ ਨੂੰ ਤੁਸੀਂ ਮਤਲਬ ਕਿ ਟਾਰਗੇਟ ਕਰੋਗੇ ਜਾਂ ਮਤਲਬ ਕਿ ਇਕੱਲੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ? ਜਿਹੜਾ ਵੀ ਵਕੀਲ ਸਾਹਿਬ ਦੇ ਖਿਲਾਫ ਬੋਲਦਾ, ਮੈਂ ਹਰ ਪ੍ਰੋਗਰਾਮ 'ਚ ਕਹਿੰਦਾ ਵੀ ਸਰਦਾਰ ਨਾਲ ਜੀ ਤੇ ਵਕੀਲ ਨਾਲ ਸਾਹਿਬ ਲਾਣਾ ਨਾ ਭੁੱਲਿਓ, ਦੋਨੋਂ ਹੀ ਗੁੱਸਾ ਕਰ ਜਾਂਦੇ ਨੇ ਤੇ ਦੋਨੋਂ ਦਾ ਗੁੱਸਾ ਬੜਾ ਮਹਿੰਗਾ ਪੈਂਦਾ। ਸੋ ਇਸ ਕਰਕੇ ਅਸੀਂ ਲੋਕ ਕਾਨੂੰਨ ਬਣਾਉਣ ਵਾਲੇ ਤੇ ਕਾਨੂੰਨ ਦੇ ਰਾਖੇ ਆ। ਪੰਜਾਬ ਪੁਲਿਸ ਵੀ ਇੱਕ ਨੌਕਰ ਹੈ ਜਿਹੜੀ ਸੰਵਿਧਾਨ ਮੁਤਾਬਕ ਜਿਹੜੀ ਉਸ ਕਾਨੂੰਨ ਨੂੰ ਬਚਾਉਣ ਵਾਸਤੇ, ਉਹਦੇ ਤੇ ਅਮਲ ਕਰਨ ਵਾਸਤੇ ਬਣਾਈ ਗਈ ਹੈ। ਵੀ ਧਿਆਨ ਰੱਖੋ, ਨਾਟ ਓਨਲੀ ਪੰਜਾਬ ਪੁਲਿਸ, ਐਵਰੀ ਏਜੰਸੀ, ਉਹਨਾਂ ਨੂੰ ਕਾਨੂੰਨ ਦਾ ਦਾਇਰਾ, ਕਾਨੂੰਨ ਦੀ ਕਿਤਾਬ ਅਸੀਂ ਦਿੱਤੀ ਹੈ, ਸਾਡੇ ਸੰਵਿਧਾਨ ਨੇ ਦਿੱਤੀ ਹੈ। ਔਰ ਕੋਈ ਵੀ ਵਕੀਲ ਸਾਹਿਬ ਜਿਹੜੇ ਹੁੰਦੇ ਨੇ ਉਹ ਸੰਵਿਧਾਨ ਦੇ ਮੈਂਬਰ ਹੁੰਦੇ ਨੇ, ਸਟੈਚੂਏਟ ਦੇ ਮੈਂਬਰ ਹੁੰਦੇ ਨੇ, ਔਰ ਬਾਕੀ ਬੰਦੇ ਪਬਲਿਕ ਸਰਵੈਂਟ ਦੀ ਕੈਟਾਗਰੀ 'ਚ ਆਉਂਦੇ ਨੇ ਜੀ। ਵਕੀਲ ਸਾਹਿਬ 25 ਤਰੀਕ ਦੀ ਤੁਸੀਂ ਗੱਲ ਕਰਦੇ ਸੀ, ਥੋੜੀ ਜਿਹੀ ਆਪਾਂ ਗੱਲ ਕਰ ਲਈਏ 25 ਤਰੀਕ ਦੀ। ਤਾਂ 25 ਤਰੀਕ ਨੂੰ ਕੋਈ ਦੱਸ ਸਕਦੇ ਹੋ ਮਾੜਾ ਜਿਹਾ ਤੁਸੀਂ ਪੁਆਇੰਟ, ਕਿਉਂਕਿ 25 ਤਰੀਕ ਦਾ ਨਾਂ ਸੁਣ ਕੇ ਸਾਡੇ ਦਰਸ਼ਕ ਵੀ ਬੜੇ ਹੈ ਨਾ, ਕਿਉਂਕਿ ਤੁਹਾਡੇ ਤੇ ਅੱਖਾਂ ਤਾਂ ਟਿਕੀ ਰਹਿੰਦੀਆਂ ਨੇ ਹੈ ਨਾ, ਤੁਸੀਂ ਮੂੰਹ ਚੋਂ ਕੱਢਿਆ 25 ਤਰੀਕ। ਹੁਣ 25 ਤਰੀਕ ਤਾਂ ਬਹੁਤ ਦਿਨ ਪਏ ਨੇ, ਕਿਉਂਕਿ ਇੱਕ ਹਫ਼ਤਾ ਕੱਢਣਾ ਬਹੁਤ ਔਖਾ ਹੋ ਜਾਂਦਾ। 25 ਤਰੀਕ ਕਦੋਂ ਆਊ? 25 ਤਰੀਕ ਕੁਛ ਮਾੜਾ ਜਿਹਾ ਦੇ ਸਕਦੇ ਹੋ ਹਿੰਟ ਵੀ 25 ਤਰੀਕ ਨੂੰ ਇਹੋ ਜਿਹਾ ਕੀ ਹੋਣ ਜਾ ਰਿਹਾ? ਕੁਛ ਚੰਗਾ ਹੀ ਹੋਏਗਾ। ਅੱਛਾ, ਤਾਂ ਦੋਸਤੋ 25 ਤਰੀਕ ਦੀ ਵੇਟ ਤਾਂ ਹੁਣ ਸਾਰਿਆਂ ਨੂੰ ਰਹਿਣੀ ਹੈ, ਕਿਉਂਕਿ ਵਕੀਲ ਸਾਹਿਬ ਨੇ ਕਿਹਾ ਹੈ 25 ਤਰੀਕ, ਤੇ 25 ਤਰੀਕ ਨੂੰ ਇਹ ਵੀ ਕਿਹਾ ਹੈ ਕਿ ਕੋਈ ਵੱਡਾ ਬੰਬ ਜਿਹੜਾ ਫੋੜਨ ਜਾ ਰਹੇ ਨੇ। ਸੋ ਉਹ ਕੀ ਹੋਏਗਾ ਉਹ 25 ਤਰੀਕ ਆਉਣ ਵਾਲੀ 25 ਤਰੀਕ ਨੂੰ ਪਤਾ ਲੱਗ ਜਾਏਗਾ। ਤੇ ਬਾਕੀ ਦੋਸਤੋ ਜਿਹੜੇ ਵੀ ਵਕੀਲ ਸਾਹਿਬ ਨੂੰ ਇਸ ਟਾਈਮ ਸਵਾਲ ਬਣਦੇ ਸੀ ਉਹ ਤਕਰੀਬਨ ਆਪਾਂ ਸਾਰੇ ਪੁੱਛ ਹੀ ਚੁੱਕੇ ਹਾਂ, ਤੇ ਮਿਲਦੇ ਰਹਾਂਗੇ ਵਕੀਲ ਸਾਹਿਬ ਨੂੰ, ਕਿਉਂਕਿ ਜਿਹੜਾ ਇਸ ਕੇਸ ਦੇ ਉੱਤੇ ਲਵਪ੍ਰੀਤ ਲਾਡੀ ਤੇ ਮਿਸ਼ਨ ਅੰਤ ਕੌਰ ਹੈ ਜੀ, ਮਿਸ਼ਨ ਅੰਤ ਕੌਰ ਦੇ ਖਿਲਾਫ ਜਿਹੜਾ ਇਹ ਕੇਸ ਚੱਲ ਰਿਹਾ ਹੈ, ਕਿਉਂਕਿ ਇਹ ਕੇਸ ਦੇ ਉੱਤੇ ਨਾ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਦੋਸਤੋ ਪੰਜਾਬ ਦੇ ਵਿੱਚ 1 2 4 ਜਾਂ 10 20 ਕੇਸ ਨੇ, ਹਜ਼ਾਰਾਂ ਹੀ ਕੇਸ ਨੇ, ਹਜ਼ਾਰਾਂ ਹੀ ਕੁੜੀਆਂ ਨਾਲ ਵੀ ਧੋਖੇ ਹੋ ਚੁੱਕੇ ਨੇ, ਹਜ਼ਾਰਾਂ ਮੁੰਡਿਆਂ ਨਾਲ ਧੋਖੇ ਹੋ ਚੁੱਕੇ ਨੇ। ਸੋ ਲੋਕਾਂ ਦਾ ਇਹਨਾਂ ਨਾਲ ਪੈਸਾ ਖਾ ਕੇ ਇਹ ਠੱਗ ਲਾੜੀਆਂ ਤੇ ਵਿੱਚ ਠੱਗ ਕੁਝ ਲਾੜੇ ਵੀ ਨੇ, ਉਹ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉੱਥੇ ਮਜ਼ੇ ਲੁੱਟ ਰਹੇ ਨੇ, ਪਰ ਉਹਨਾਂ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਹੈ। ਜੇਕਰ ਇਹ ਕੇਸ ਇੱਥੇ ਹੀ ਰੁਕ ਜਾਂਦਾ ਜਾਂ ਕਿਸੇ ਕਾਰਨ ਇਸ ਕੇਸ ਦੀ ਪੈਰਵਾਈ ਨਹੀਂ ਹੋ ਸਕਦੀ ਜਾਂ ਇਸ ਕੇਸ ਦੇ ਵਿੱਚ ਕੋਈ ਵਧੀਆ ਜਿਹੜਾ ਆਪਾਂ ਪੋਜ਼ਿਟਿਵ ਛਿੱਟਾ ਕਹਿ ਦਈਏ ਨਹੀਂ ਨਿਕਲਦਾ, ਤਾਂ ਲੱਖਾਂ ਹੀ ਲੋਕਾਂ ਦੇ ਦਿਲ ਟੁੱਟ ਜਾਣੇ ਨੇ। ਸੋ ਇਸ ਕੇਸ ਦੇ ਉੱਤੇ ਇੱਦਾਂ ਹੀ ਨਜ਼ਰਾਂ ਬਣੀਆਂ ਹੋਈਆਂ ਨੇ। ਮਿਊਜ਼ੀਕਲ ਹੰਟਸ ਰੈਕਡ ਦੀ ਟੀਮ ਵੀ ਨਜ਼ਰਾਂ ਬਣਾ ਕੇ ਰੱਖੂਗੀ, ਜਿਵੇਂ ਜਿਹੜੇ ਅੱਛਾ ਹਾਂਜੀ ਹਾਂ ਇਹ ਚੀਜ਼ ਜ਼ਰੂਰ ਦਿਖਾਓ। ਇਹ ਲਾਲ ਰੰਗ ਕਰਕੇ ਭੇਜਿਆ ਸੀ। ਅੱਛਾ, ਇਹ ਕਿਹਦੇ ਘਰੇ ਭੇਜੇ ਹੋਏ ਜੀ? ਇਹ ਘਰੇ ਨਹੀਂ ਭੇਜਦੇ ਜੀ, ਅਸੀਂ ਤੇ ਐਮਬੈਸੀਆਂ ਨੂੰ ਤੇ ਲਗਭਗ 60 ਮਹਿਕਮੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੇ ਨੇ। ਅੱਛਾ, ਇਹ ਤਾਂ ਉਹਦੇ ਖਿਲਾਫ ਨੇ। ਠੀਕ ਹੈ, ਬੇਅੰਤ ਕੌਰ ਦੇ ਖਿਲਾਫ ਮੇਰੇ ਸਾਈਨ ਹੈ, ਉਹਦੇ ਲਵਪ੍ਰੀਤ ਦੇ ਪਾਪਾ ਦੇ ਸਾਈਨ ਹੈ, ਮੇਰੇ ਸਾਈਨ ਹੈ। ਸੋ ਗਲਿੰਪਸਿਸ ਦੇ ਸਕਦਾ, ਜ਼ਿਆਦਾ ਡਿਟੇਲ ਤੇ ਮੈਂ ਨਹੀਂ ਦੇ ਸਕਦਾ, ਤਾਂ ਹੀ ਕੈਮਰੇ ਤੋਂ ਦੂਰ ਰੱਖਿਆ ਦਾ। ਇਹ ਮੇਰੇ ਸਾਈਨ ਗਏ ਨੇ, ਨਾਲ ਮੇਰਾ ਪੂਰੀ ਡਿਟੇਲ ਗਈ ਹੈ, ਔਰ ਅਸੀਂ ਹਰ ਕੰਟਰੀ 'ਚ ਉਹਦੀ ਐਂਟਰੀ ਬੈਨ ਲਿਖਿਆ, ਐਂਟਰੀ ਇਨ ਐਨੀ ਕੰਟਰੀ ਅਕਿਊਜ਼ਡ should be banned, restrict the entry in any country of this above stated accused, and accused is ਬੇਅੰਤ ਕੌਰ ਬਾਜਵਾ। ਕਲੀਅਰ ਲਿਖਿਆ ਮੈਂ, ਬੇਅੰਤ ਕੌਰ ਬਾਜਵਾ। ਥੱਲੇ ਮੈਂ ਥੋੜਾ ਜਿਹਾ ਹੱਥ ਰੱਖ ਲੈਣਾ ਕਿਉਂਕਿ ਇਹਦੀ ਪਰਸਨਲ ਡਿਟੇਲ ਹੈ। ਸੋ
ਉਹਦੇ ਖਿਲਾਫ ਅਸੀਂ ਇਹ ਜਿੰਨੀਆਂ ਵੀ ਲੀਡਿੰਗ ਐਮਬੈਸੀ ਨੇ 40 ਕੰਟਰੀ ਉਹਨਾਂ 'ਚ ਪਹੁੰਚ ਚੁੱਕੀ ਹੈ। ਕੈਨੇਡਾ ਦੇ 60 ਮਹਿਕਮੇ ਨੇ ਜਿੱਥੇ ਪਹੁੰਚ ਚੁੱਕੀ ਹੈ। ਔਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਮੈਡਮ ਮਿਸਿਸ ਕਮਲ ਖੈਰਾ ਉਹ MP ਨੇ ਬਰਮਟਨ ਏਰੀਆ ਦੇ ਕੈਨੇਡਾ 'ਚ। ਉਹਨਾਂ ਦਾ ਪਰਸਨਲ ਨੰਬਰ ਮੇਰੇ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ, ਪਬਲਿਕ ਨੂੰ ਨਹੀਂ ਮੈਂ ਦਿਖਾਣਾ ਚਾਹੁੰਦਾ। ਜਸਟਿਨ ਟਰੂਡੋ ਸਭ ਦੇ ਮੋਬਾਈਲ ਨੰਬਰ ਲਿਖੇ ਪਏ ਨੇ ਤੇ ਹੋਮਵਰਕ ਮੈਂ ਕਰੀ ਬੈਠਾ। ਉਹਨਾਂ ਤੱਕ ਵੀ ਮੇਲਾਂ ਪਹੁੰਚ ਚੁੱਕੀਆਂ ਨੇ, ਉਹਨਾਂ ਦੇ ਆਫੀਸ਼ੀਅਲ ਆਈਡੀਜ਼ ਤੇ, ਉਹਨਾਂ ਦੀਆਂ ਪਰਸਨਲ ਆਈਡੀਜ਼ ਤੇ, ਔਰ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੁੰਦੀ ਰਹਿੰਦੀ ਹੈ। ਜਸਟਨ ਟਰੂਡੋ ਜੀ ਨਾਲ ਹੋਈ ਕੋਈ? ਮਹਾਰਾਜ ਉਹ ਬਹੁਤ ਵੱਡੇ ਬੰਦੇ ਨਹੀਂ ਉਹ ਕੋਈ ਮਤਲਬ ਉਹਨਾਂ ਨੂੰ ਤੁਸੀਂ ਮੇਲ ਭੇਜ? ਹਾਂਜੀ, ਆਫੀਸ਼ੀਅਲ ਕੈਪੈਸਿਟੀ 'ਚ ਬੀਇੰਗ ਐਡਵੋਕੇਟ ਮੇਰਾ ਰਾਈਟ ਜੋ ਬਣਦਾ ਸੀ ਮੈਂ ਉਹਨਾਂ ਦੇ ਆਫਿਸ 'ਚ ਮੇਲ ਭੇਜੀ ਹੈ। ਔਰ ਇੰਡੀਆ ਵਿੱਚ ਜਿਹੜੀ ਕੈਨੇਡੀਅਨ ਐਮਬੈਸੀ ਹੈ, ਕੈਨੇਡਾ ਵਿੱਚ ਜਿਹੜੀ ਇੰਡੀਅਨ ਐਮਬੈਸੀ ਹੈ, ਪਲੱਸ ਜਿਹੜੇ ਹੋਰ ਕੌਂਸੂਲੇਟ ਜਨਰਲ ਅਮਰੀਕਾ, ਕਿਉਂਕਿ ਅਮਰੀਕਾ ਦਾ ਇਹਨੇ ਵੀਜ਼ਾ ਲਵਾਇਆ ਸੀ, ਉਹ ਸਭ ਜਗ੍ਹਾ ਤੇ ਠੱਪੇ ਲੱਗ ਚੁੱਕੇ, ਜਿਹਨੂੰ ਆਪਾਂ ਇਹਨੂੰ ਆਪਾਂ ਫੋਰਨ ਦੀ ਭਾਸ਼ਾ 'ਚ ਕਹਿੰਦੇ ਨੇ ਫਲੈਗ ਐਂਟਰੀ ਹੋ ਚੁੱਕੀ ਹੈ। ਉਹਦੀ ਫਾਈਲ ਨਾਲ ਫਲੈਗ ਲੱਗ ਚੁੱਕਾ ਹੈ ਲਾਲ ਰੰਗ ਦਾ ਵੀ ਇਹਦੇ 'ਚ ਕੋਈ ਖਤਰਾ ਹੈ। ਜਦੋਂ ਉੱਥੇ ਅਪਲਾਈ ਕਰੇਗੀ ਉਹਨਾਂ ਨੇ ਕੰਪਿਊਟਰ ਤੇ ਪਾਸਪੋਰਟ ਨੰਬਰ ਪਾਉਣਾ ਹੈ ਜਾਂ ਇਹਦਾ ਨਾਂ ਤੇ ਡੇਟ ਆਫ ਬਰਥ ਪਾਉਣਾ। ਮੰਨ ਲਓ ਪਾਸਪੋਰਟ ਨੰਬਰ ਬਦਲ ਗਿਆ, ਨਾਮ, ਫਾਦਰ ਨੇਮ, ਡੇਟ ਆਫ ਬਰਥ ਜਾਂ ਕੋਈ ਇੱਕ ਨਾਲ ਵੀ ਮੈਚ ਵੀ ਕਰਦੀ ਹੋਈ ਨਾ, ਤੇ ਉੱਥੇ ਫਲੈਗ ਖੜਾ ਹੋ ਜਾਣਾ ਵੀ ਹਾਂਜੀ ਇਹ ਵਕੀਲ ਸਾਹਿਬ ਦਾ ਨੋਟਿਸ ਆਇਆ ਹੈ। ਤੇ ਉਹਨਾਂ ਨੇ ਪੁੱਛਣਾ ਯੈਸ ਵਾਟ ਅਬਾਊਟ ਯੂਰ 420 ਕੇਸ। ਔਰ ਮੈਂ ਇਹਦੇ 'ਚ ਹੋਰ ਦੱਸ ਦਿੰਦਾ, ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ ਥੋੜੀ ਜਿਹੀ ਡਿਟੇਲ 'ਚ ਕਿ ਮੈਂ ਤੇ ਪੰਜਾਬ ਪੁਲਿਸ ਦੀ ਪੂਰੀ ਸਾਈਟ ਲਿਖੀ ਹੈ ਕਿ ਇਹ ਸਾਈਟ ਤੇ ਸਾਂਝ ਕੇਂਦਰ ਸਾਈਟ ਲਿਖੀ ਹੈ ਕਿ ਇਸ ਸਾਈਟ ਤੇ ਜਾਓ, ਇਸ ਤਰ੍ਹਾਂ ਇਹ ਵਾਲਾ FIR ਨੰਬਰ ਪਾਓ, ਇਹ ਡਿਟੇਲ ਪਾਓ ਤੇ ਤੁਹਾਡੀ FIR ਡਿਟੇਲ ਨਿਕਲ ਆਏਗੀ। FIR ਦੀ ਟਰਾਂਸਲੇਟਿਡ ਕਾਪੀ ਵੀ ਮੈਂ ਇਹਨਾਂ ਨੂੰ ਪੋਸਟ ਕਰ ਚੁੱਕਾ। ਯੈਸ ਵਕੀਲ ਸਾਹਿਬ, ਜਿਹੜਾ ਮੰਨ ਲੈਂਦੇ ਆਪਾਂ ਵੀ ਜਿਹੜਾ ਲਵਪ੍ਰੀਤ ਲਾਡੀ ਦੇ ਸੰਬੰਧ ਦੇ ਵਿੱਚ ਧਰਨੇ ਲੱਗ ਰਹੇ ਸੀ, ਕੇਸ ਦੇ ਸੰਬੰਧ ਦੇ ਵਿੱਚ ਕਿ 420 ਧਾਰਾ ਲੱਗੀ ਹੈ ਸਿਰਫ, ਹੈ ਨਾ, ਉਹਦੇ ਨਾਲ ਮਤਲਬ ਕਿ ਪੇਟਾ ਨਹੀਂ ਭਰਦਾ ਕਿਉਂਕਿ ਗੱਲ ਇੰਨੀ ਵੱਡੀ ਆ। ਅੱਛਾ ਮੈਂ ਉਹੀ ਗੱਲ ਪੁੱਛਣ ਜਾ ਰਿਹਾ ਕਿ ਕੀ 420 ਤੋਂ ਵੱਧ ਆਪਾਂ ਨੂੰ ਧਾਰਾਵਾਂ ਲਵਾਉਣ ਦੀ ਲੋੜ ਹੈ ਜਾਂ 420 ਕਾਫੀ ਉਹਨੂੰ ਡਿਪੋਰਟ ਕਰਾਉਣ 'ਚ? ਡਿਪੋਰਟ ਤੇ ਸ਼ਬਦ ਹੀ ਨਾ ਵਰਤੋ। ਚੂਹਾ ਆਪ ਆਏਗਾ ਕੜਿੱਕੀ 'ਚ ਫਸਣ, ਉਹ ਲੱਭੇਗਾ ਕੜਿੱਕੀ ਕਿੱਥੇ ਪਈ, ਮੈਨੂੰ ਫਸਾ ਲਓ। ਸਰ ਮੇਰੀ ਗੱਲ ਸੁਣੋ, ਆਪਾਂ ਹੁਣ ਬੇਅੰਤ ਕੌਰ ਦੇ ਵਕੀਲ ਬਣ ਜਾਂਦੇ 1 ਮਿੰਟ ਲਈ, ਬਣ ਜਾਂਦੇ ਆ। ਜਦੋਂ ਮਿਸ ਰਿਪਰੈਜ਼ੈਂਟੇਸ਼ਨ ਅਪਰੂਵ ਹੋ ਗਈ, ਉਹਨੂੰ 30 ਦਿਨ ਲਈ 90 ਦਿਨ ਲਈ ਉੱਥੋਂ ਦੀ ਬਾਰਡਰ ਏਜੰਸੀ ਨੇ ਕਹਿਤਾ ਕਿ 90 ਦਿਨ 'ਚ ਤੂੰ ਅਪੀਲ ਪਾ ਲੈ, ਫੈਡਰਲ ਲੱਗੇ। ਮੰਨ ਲਓ 90 ਦਿਨ ਵੀ ਟਾਈਮ ਦੇ ਦਿੱਤਾ। ਵਕੀਲ ਕਿੰਨੇ ਮਹਿੰਗੇ ਉੱਥੇ ਇੰਡੀਆ 'ਚ। ਮੇਰੇ ਵਰਗਾ ਵਕੀਲ ਕਰਨ ਲਈ ਲੋਕਾਂ ਨੂੰ ਸੋਚਣਾ ਪੈਂਦਾ ਕਿ ਇੰਨੇ ਬੜੇ ਪੈਸੇ ਇਕੱਠੇ ਕਰਨੇ ਪੈਣੇ ਆ। ਤੇ ਉਹ ਤੇ ਕੈਨੇਡਾ ਦੇ ਵਕੀਲ ਨੇ ਜਿਹੜੇ $2000 ਤੋਂ ਸ਼ੁਰੂ ਹੁੰਦੇ ਨੇ, ਤੇ ਮਹੀਨੇ 'ਚ $2000 ਨਹੀਂ ਇਹਨੇ ਕਮਾਣੇ। ਫਿਰ ਮਿਸ ਰਿਪਰੈਜ਼ੈਂਟੇਸ਼ਨ ਦਾ ਕੇਸ ਵੱਖਰਾ, ਫਰਾਡ ਦਾ ਕੇਸ ਵੱਖਰਾ, ਦੂਜਾ ਤੀਜਾ ਚੌਥਾ, ਮਤਲਬ ਲੱਲਾ ਭੱਬਾ ਚੱਲੀ ਜਾਣਾ। ਤੇ ਜਿਹੜਾ ਉਹ ਲੱਲਾ ਭੱਬਾ ਉਹਦੇ ਕੇਸ ਹੀ ਨਹੀਂ, ਉਹਦੇ ਕੋਲ ਹੈਂਡਲ ਹੀ ਨਹੀਂ ਹੋਣੇ। ਫਿਰ ਇਹੋ ਜਿਹੇ ਕ੍ਰਿਮੀਨਲ ਨਾਲ ਵਿਆਹ ਕੌਣ ਕਰਾਏਗਾ? ਵਿਆਹ ਕਰਾਉਣ ਲਈ ਵੀ ਇਹਨੂੰ 3 ਸਾਲ ਦਾ ਗੈਪ ਚਾਹੀਦਾ ਮਿਨੀਮਮ, ਤੇ ਉਹ ਵੀ 3 ਸਾਲ ਦਾ ਗੈਪ ਮੈਂ ਮੁੱਕਣ ਨਹੀਂ ਦਿੰਦਾ। ਇੰਨਾ ਬੁੱਧੂ ਤੇ ਮੈਂ ਵੀ ਨਹੀਂ। ਉਹ ਗੈਪ ਦੇ ਵੀ ਪਿੱਛੇ ਕਈ ਕਾਰਨ ਹੋਣਗੇ, ਠੀਕ ਹੈ ਨਾ। ਮੈਟਰੀਮੋਨੀਅਲ ਡਿਊਟੀਜ਼ ਨੇ ਇਸ ਕੁੜੀ ਦੀਆਂ, ਉਸ ਡਿਊਟੀਜ਼ ਨੂੰ ਜਦ ਤੱਕ ਇਹ ਖਤਮ ਨਹੀਂ ਕਰੇਗੀ ਤਦ ਤੱਕ ਕੁਛ ਨਹੀਂ। ਬਾਕੀ ਫਿਰ ਬੜੇ ਕਲੀਅਰ ਸ਼ਬਦਾਂ 'ਚ ਮੈਂ ਕਹਿੰਦਾ, ਇਹਨੂੰ ਇੰਡੀਆ 'ਚ ਕਿਸੇ ਬੰਦੇ ਤੋਂ ਕੋਈ ਖਤਰਾ ਨਹੀਂ। ਮੈਂ ਵਾਅਦਾ ਕਰਦਾ ਤੁਹਾਡੇ ਚੈਨਲ ਸਾਹਮਣੇ, ਸਾਰੀ ਜਨਤਾ ਸਾਹਮਣੇ, ਇਹ ਅੱਜ ਦਿੱਲੀ ਏਅਰਪੋਰਟ ਤੋਂ ਮੈਂ ਬਾਇੱਜ਼ਤ ਛੋਟੀ ਭੈਣਾਂ ਵਾਂਗੂ ਦਿਲ ਨਾਲ ਲਾ ਕੇ ਇਹਨੂੰ ਸਹੁਰੇ ਘਰ ਪਹੁੰਚਾਊਂ। ਇਹਦੇ ਡੈਡੀ ਨੂੰ ਤੇ ਇਹਦੇ ਸਹੁਰਾ ਸਾਹਿਬ ਨੂੰ ਨਾਲ ਲੈ ਕੇ ਜਾਊਂ। ਕੋਈ ਬੰਦਾ ਇਹਦੇ ਵੱਲ ਉਂਗਲ ਨਹੀਂ ਚੁੱਕੇਗਾ। ਮੇਰੇ ਅੱਗੇ ਕੌਣ ਪੰਗਾ ਲਏਗਾ ਜੀ? ਇਹਨੂੰ ਕੋਈ ਖਤਰਾ ਨਹੀਂ। ਪਰ ਜੇ ਇਹ ਵੀਜ਼ਾ ਕੈਂਸਲ ਹੁੰਦਾ ਇਹਦਾ ਤਾਂ ਆਵੇ, ਜੇ ਇਹ ਆਪਣਾ ਡੀਪੋਰਟ ਹੁੰਦੀ ਹੈ, ਦੋਨਾਂ ਕੇਸਾਂ 'ਚ ਅਸੀਂ ਇਹਨੂੰ ਲੈਣ ਨਹੀਂ ਜਾਵਾਂਗੇ। ਫਿਰ ਇੱਕ ਦੋਸ਼ੀ ਆ ਰਿਹਾ ਵਾਪਸ, ਉਹਦਾ ਹੱਲ ਚੱਲੇਗਾ, ਰਾਈਟ। ਉਸ ਤੋਂ ਯਾਨੀ ਪਹਿਲਾਂ ਇਹ ਆ ਜਾਵੇ ਤਾਂ, ਉਸ ਤੋਂ ਪਹਿਲਾਂ ਆ ਜਾਵੇ ਤਾਂ ਦੋਸਤੋ, ਜਿਵੇਂ ਆਪਾਂ ਨੇ ਵਕੀਲ ਸਾਹਿਬ ਨਾਲ ਗੱਲਬਾਤ ਕੀਤੀ ਤੇ ਕੇਸ ਬਾਰੇ ਵੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਤੁਹਾਨੂੰ ਪਤਾ ਲੱਗੇ ਗਿਆ ਹੋਣਾ। ਜਲਦੀ ਹੀ ਜਿਹੜਾ ਕੇਸ ਹੈ ਕਿਸੇ ਨਾ ਕਿਸੇ ਨਿਚੋੜ ਤੇ ਪਹੁੰਚਣ ਵਾਲਾ ਹੀ ਹੈ। ਬਾਕੀ 25 ਤਰੀਕ ਤੱਕ ਦੇਖਦੇ ਹਾਂ ਕੀ ਗੱਲਬਾਤ ਹੁੰਦੀ ਹੈ। ਅੱਛਾ 26 ਵੀ ਹੋ ਸਕਦੀ ਆ, ਕੋਈ ਗੱਲ ਨਹੀਂ। 25 ਤਰੀਕ ਤੋਂ ਪਹਿਲਾਂ ਕਰਾਂਗੇ ਕੁਛ ਨਾ ਕੁਛ। ਓਕੇ 30 ਤਰੀਕ ਤੋਂ ਪਹਿਲਾਂ ਸਾਰਾ ਕੁਝ ਹੋ ਜਾਣਾ। ਸੋ ਬੜਾ ਕੁਛ ਹੋ ਜਾਣਾ। ਅੱਛਾ, ਬੜਾ ਵਕੀਲ ਆ ਮੈਂ, ਸ਼ਬਦਾਵਲੀ ਧਿਆਨ ਨਾਲ ਵਰਤਣੀ। ਮੇਰੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦੀਆਂ ਅੱਖਾਂ, ਕਿੰਨੇ ਲੱਖਾਂ ਕੈਮਰੇ ਮੇਰੇ ਵੱਲ ਨੇ। ਤੁਹਾਡੇ ਵੀ ਵਿਊ ਬੜੇ ਜ਼ਬਰਦਸਤ ਜਾਂਦੇ, ਮੈਂ ਹਿਸਾਬ ਲਾਇਆ।
ਤੇ ਉਹ 2-2.5 ਲੱਖ ਵਿਊ ਤੇ ਐਵੇਂ ਹੀ ਚੱਲ ਜਾਂਦਾ ਤੁਹਾਡਾ ਕਿਸੇ ਵੀ ਪ੍ਰੋਗਰਾਮ ਦਾ, ਤੇ ਉਹ 2.5 ਦੁਣਾ 5 ਲੱਖ ਲੱਖਾਂ ਮੈਨੂੰ ਵੇਖਦੀਆਂ ਨੇ। ਮੈਂ ਕਿਸੇ ਅੱਗੇ ਝੂਠਾ ਨਹੀਂ ਪੈਣਾ ਚਾਹੁੰਦਾ। ਸੋ ਤੁਹਾਨੂੰ ਲੇਟੈਸਟ ਅਪਡੇਟ ਮਿਲਦੀ ਰਹੇਗੀ, ਜੋ ਪਬਲਿਕ ਡੋਮੇਨ 'ਚ ਸੂਚਨਾ ਆਉਂਦੀ ਹੈ ਦਿੰਦੇ ਰਵਾਂਗੇ। ਸਾਡੇ ਨਾਲ ਜੁੜੇ ਰਹੋ, ਬਣੇ ਰਹੋ, ਔਰ ਸਿਰਫ ਅਰਦਾਸਾਂ 'ਚ ਸਾਨੂੰ ਯਾਦ ਰੱਖੋ, ਔਰ ਇਹ ਵੀ ਅਰਦਾਸ ਕਰਿਆ ਕਰੋ ਕਿ ਜਿਹੜੇ ਵੀ ਪੁਲਿਸ ਅਫਸਰ ਕੋਲੇ ਕੇਸ ਹੈ, ਪਰਮਾਤਮਾ ਉਹਦੇ ਦਿਲ 'ਚ ਵੀ ਰਹਿਮ ਪਾਵੇ, ਉਹਨੂੰ ਵੀ ਉਹ ਦਰਦ ਇੱਕ ਵਾਰੀ ਮਹਿਸੂਸ ਕਰਾਵੇ ਕਿ ਬੱਚਾ ਗਵਾਚਣ ਦਾ ਦਰਦ ਕੀ ਹੁੰਦਾ, ਪੈਸੇ ਗਵਾਚਣ ਦਾ ਦਰਦ ਕੀ ਹੁੰਦਾ। ਪੈਸੇ ਤੇ ਭਾਜੀ ਭਰੇ ਜਾਣੇ ਆ, ਬਿਲਕੁਲ, ਬੱਚਾ ਵਾਪਸ ਨਹੀਂ ਆਣਾ, ਤੇ ਸਾਡੇ ਕੋਲ ਗਵਾਉਣ ਨੂੰ ਹੁਣ ਕੁਝ ਨਹੀਂ ਬਚਿਆ। ਹਾਂਜੀ। ਤੇ ਰੱਬ ਬਾਕੀ ਉਹ ਇੱਕ ਟੀਵੀ 'ਚ ਐਡ ਆਉਂਦੀ ਹੁੰਦੀ ਸੀ ਨਾ, ਡੈਡੀ ਕੀ ਕਰਾਂ ਤੇਲ ਖਤਮ ਹੀ ਨਹੀਂ ਹੁੰਦਾ, ਬੈਟਰੀ ਮੁੱਕਦੀ ਨਹੀਂ। ਤੇ ਸੁਨੀਲ ਮੱਲਨ ਦੀ ਵੀ ਗੱਡੀ ਦੀ ਬੈਟਰੀ ਮੁੱਕਦੀ ਹੀ ਨਹੀਂ, ਤੇ ਜਦ ਤੱਕ ਬੈਟਰੀ ਨਹੀਂ ਮੁੱਕਣੀ ਤਦ ਤੱਕ ਅਸੀਂ ਕੇਸ ਲੜੀ ਜਾਣਾ। 4 ਲੈਣਾ ਲੈ ਕੇ ਚਿੱਠੀਆਂ ਤੇ ਪਾਣੀਆਂ, ਲੜੀ ਜਾਵਾਂਗੇ। ਆਫਟਰ ਆਲ ਕਿੱਥੇ ਤੱਕ ਭੱਜਣਗੇ ਚੋਰ, ਕਿੱਥੇ ਤੱਕ ਭੱਜਣਗੇ? ਭੱਜਣ ਦੀ ਇੱਕ ਨਿਕਲ ਜਾਣਾ। ਕਾਨੂੰਨ ਨਾਲ ਲੜਾਈ ਔਖੀ ਹੈ। ਸੁਨੀਲ ਮੱਲਨ ਇਕੱਲੇ ਨਾਲ ਹੁੰਦੀ ਤੇ ਸ਼ਾਇਦ ਸੁਨੀਲ ਮੱਲਨ ਥੱਕ ਜਾਂਦਾ, ਤੇ ਮੇਰੇ ਵਰਗੇ ਕਈ ਹੋਰ ਸੁਨੀਲ ਮੱਲਨ ਪੈਦਾ ਹੋ ਚੁੱਕੇ ਨੇ। ਮੈਨੂੰ ਬਰਨਾਲਿਓਂ, ਲੁਧਿਆਣਿਓਂ, ਜਲੰਧਰੋਂ ਮੇਰੇ ਵਕੀਲ ਕਲੀਗ ਦੇ ਫੋਨ ਆ ਚੁੱਕੇ ਆ ਕਿ ਵਕੀਲ ਸਾਹਿਬ ਟੈਨਸ਼ਨ ਨਹੀਂ ਲੈਣੀ, ਉੱਥੋਂ ਚਿੱਠੀ ਬਣਾ ਕੇ ਭੇਜ ਦਿਓ, ਤੁਹਾਡੀ ਚਿੱਠੀ ਤੇ ਇੱਥੇ ਕੰਮ ਚੱਲ ਜਾਏਗਾ, ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਵੀ। ਸੋ ਟੀਮ ਨੈਟਵਰਕ ਬਣ ਗਿਆ। ਯਾਨੀ ਹੁਣ ਟੀਮ ਵਰਕ ਹੋ ਚੁੱਕਿਆ, ਪੂਰਾ ਟੀਮ ਵਰਕ ਹੋ ਚੁੱਕਾ ਹੈ, ਨੈਟਵਰਕ ਪੂਰਾ ਤਿਆਰ ਹੈ। ਜਦੋਂ ਮੇਰੀ ਮਾਸਟਰ ਤੁਹਾਡੇ ਦੀ ਲੋੜ ਪਏਗੀ ਮੈਂ ਜਾਵਾਂਗਾ, ਨਹੀਂ ਤਾਂ ਮੇਰੇ ਭਰਾ ਬੜੇ, ਮੇਰਾ ਇੱਕ ਛੋਟਾ ਵੀਰ ਆ ਉੱਥੇ ਰੋਬਿਨ, ਉਹ ਰੈਡੀ ਹੈ ਬਰਨਾਲੇ ਲਈ। ਤੇ ਬਰਨਾਲੇ 'ਚ ਤੇ ਆਪਣੇ ਇਸ ਵੇਲੇ 50-100 ਵੀਰ ਇਕੱਠੇ ਹੋ ਚੁੱਕੇ ਨੇ ਸਾਡੇ ਨਾਲ ਕਿ ਅਸੀਂ ਇਸ ਕੇਸ ਨੂੰ ਭਾਜੀ ਤੁਹਾਡੇ ਨਾਲ ਰਲ ਕੇ ਮਿਲ ਕੇ ਲੜਾਂਗੇ, ਕੋਈ ਦਿੱਕਤ ਨਹੀਂ। ਤਾਂ ਮੇਰਾ ਟੈਲੀਫੋਨ ਹੀ ਬੜਾ ਹੈ ਬਰਨਾਲੇ ਜਾਣ ਲਈ, ਬਸ ਮੈਂ ਟੈਲੀਫੋਨ 'ਚ ਹੀ ਲੋਕਾਂ ਦੇ ਦਿਲਾਂ 'ਚ ਵਸ ਕੇ ਪਹੁੰਚ ਜਾਣਾ, ਤੇ ਉੱਥੇ ਜੱਜ ਸਾਹਿਬ ਸਾਹਮਣੇ ਆਪਾਂ ਪ੍ਰੈਜੈਂਟੇਸ਼ਨ ਦੇ ਦੇਣੀ ਹੈ। ਤੇ ਇਹ ਵੀ ਨਾ ਸੋਚਣ ਕਿ ਚੰਡੀਗੜ੍ਹੋਂ ਮੱਲਨ ਸਾਹਿਬ ਨੂੰ 2.5 ਘੰਟੇ ਲੱਗਣੇ, ਮੈਨੂੰ ਨਹੀਂ ਲੱਗਣੇ ਹੁਣ। ਬਸ ਮੱਲਨ ਸਾਹਿਬ ਅੱਜ ਬਰਨਾਲੇ ਬੈਠੇ ਨੇ। ਹੁਣ ਤਾਂ ਜਿੰਨਾ ਸਮਾਂ ਮੋਬਾਈਲ ਦੇ ਉੱਤੇ ਨੰਬਰ ਡਾਇਲ ਕਰਨ ਤੇ ਲੱਗਦਾ, ਇੰਨਾ ਕੁ ਲੱਗਣਾ ਬਸ। ਨਾ ਉਹ ਵੀ ਨਹੀਂ ਲੱਗਣਾ, ਦਿਲ ਦੀਆਂ ਤਾਰਾਂ ਜੁੜੀਆਂ ਪਈਆਂ ਸਾਡੀਆਂ, ਬਸ। ਸੋ ਦੋਸਤੋ, ਇਹ ਸੀ ਸਾਡੇ ਜੋ ਵਕੀਲ ਲਵਪ੍ਰੀਤ ਲਾਡੀ ਦੇ ਵਕੀਲ ਨੇ, ਆਪਣਾ ਸੁਨੀਲ ਮੱਲਨ ਜੀ, ਤੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ। ਜਲਦੀ ਹੀ ਤੁਹਾਡੇ ਸਾਹਮਣੇ ਬੜਾ ਕੁਝ ਲੈ ਕੇ ਆ ਰਹੇ ਨੇ ਜੋ ਦੱਸਿਆ, ਕਿਉਂਕਿ 30 ਤਰੀਕ ਤੋਂ ਪਹਿਲਾਂ 25 ਤਰੀਕ ਤੋਂ ਬਾਅਦ। ਸੋ ਦੋਸਤੋ, ਇਹ ਵੀਡੀਓ ਦੇ ਵਿੱਚ ਇੰਨੇ ਹੀ ਜੁੜੇ ਰਹੋ ਸਾਡੇ ਨਾਲ, ਕਿਉਂਕਿ ਕੇਸ ਜਿਹੜਾ ਬੜਾ ਪੇਚੀਦਾ ਵੀ ਹੈ ਤੇ ਬੜਾ ਕੁਝ ਨਿਕਲਣਾ ਹਜੇ, ਕਿਉਂਕਿ ਦੋਸਤੋ ਕੇਸ ਦੇ ਵਿੱਚ ਹਰ ਰੋਜ਼ ਇੱਕ ਨਵੀਂ ਕੜੀ ਜੁੜਦੀ ਜਾ ਰਹੀ ਹੈ, ਤੇ ਇਹਨਾਂ ਨਵੀਆਂ ਕੜੀਆਂ ਦੇ ਵਿੱਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਰਿਹਾ। ਜਿੰਨੇ ਵੀ ਸਬੂਤ ਹੁਣ ਤੱਕ ਸਾਡੇ ਹੱਥ ਲੱਗੇ ਨੇ ਜਾਂ ਵਕੀਲ ਸਾਹਿਬ ਦੱਸ ਰਹੇ ਨੇ, ਉਹਦੇ ਹਿਸਾਬ ਨਾਲ ਉਹਦਾ ਡਿਪੋਰਟ ਹੋਣਾ ਬਣਦਾ ਹੈ, ਡਿਪੋਰਟ ਹੋਣਾ ਬਣਦਾ ਕਿ ਡਿਪੋਰਟ ਹੋ ਕੇ ਆਏਗੀ ਤੇ ਬੜੀ ਜਲਦੀ ਆ ਜਾਏਗੀ। ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਹੰਟਰ ਲੈਣਾ ਤੁਹਾਡੇ ਤੋਂ ਇਜਾਜ਼ਤ, ਕੈਮਰਾਮੈਨ ਹਰਤੇਜ ਸਿੰਘ ਦੇ ਨਾਲ। ਥੈਂਕ ਯੂ ਜੀ।